ਅੱਜ ਅਸੀਂ ਓਪਨ ਬੁੱਕ ਸਿਸਟਮ ਨੂੰ ਜਦੋਂ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਪਹਿਲਾਂ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਓਪਨ ਬੁੱਕ ਸਿਸਟਮ ਹੈ ਕੀ ਹੈ। ਐਕਚੁਅਲ 'ਚ ਓਪਨ ਬੁੱਕ ਸਿਸਟਮ ਦੇ ਵਿੱਚ ਕੀ ਹੈ ਕਿ is an examination system where we that give freedom to the student to consult textbooks, reference books and other material. This is the question given in that examination within the prescribed time limit. ਤਾਂ ਓਪਨ ਬੁੱਕ ਸਿਸਟਮ ਦੇ ਵਿੱਚ ਅਸੀਂ ਸਟੂਡੈਂਟ ਨੂੰ ਪਰਮਿਟ ਕਰਦੇ ਹਾਂ ਕਿ ਉਹ ਲਿਜਾ ਸਕਦੇ ਆ ਆਪਣੀ ਬੁੱਕ, ਜਿਵੇਂ ਕਿ ਤੁਹਾਨੂੰ ਹੁਣ ਕੰਕਰੀਟ ਐਕਸਪੀਰੀਅੰਸ ਹੈ ਇਹਦੇ ਬਾਰੇ ਕਿ ਤੁਹਾਨੂੰ ਐਗਜ਼ਾਮ ਦਾ ਜਿਹੜਾ ਹੈ ਕੁਐਸਚਨ ਪੇਪਰ ਦੇ ਦਿੱਤਾ ਜਾਂਦਾ ਹੈ, ਵੀ ਪਰਮਿਟ ਯੂ ਟੂ consult your text material, any type of that written notes and other reference materials. You could also explore that web sources. ਤਾਂ ਤੁਸੀਂ ਕਿਤੋਂ ਵੀ ਹੈਲਪ ਲੈ ਕੇ you have to just respond to the ਪਰ ਸਾਡੇ ਸਿਸਟਮ ਦੇ ਵਿੱਚ ਅਸੀਂ ਜਿਹੜਾ ਹੈ ਇੱਕ ਚੀਜ਼ ਲੈਕ ਕਰਦੇ ਹਾਂ ਕਿ we have not framed that hot or type of question. We are going with the normal set of questions ਜਿਹੜੇ ਅਸੀਂ ਨਾਰਮਲ ਐਗਜ਼ਾਮੀਨੇਸ਼ਨ ਪੈਟਰਨ 'ਚ ਲੈ ਕੇ ਜਾਂਦੇ ਸੀ, ਉਹਨਾਂ ਕੁਐਸਚਨਸ ਦੇ ਉੱਪਰ ਹੀ ਅਸੀਂ ਓਪਨ ਬੁੱਕ ਐਗਜ਼ਾਮ ਕਰਵਾ ਰਹੇ ਹਾਂ, ਜਦੋਂ ਕਿ ਓਪਨ ਬੁੱਕ ਐਗਜ਼ਾਮ ਐਜ਼ ਅ ਦੈਟ ਸਪੈਸ਼ਲ ਡਿਮਾਂਡ ਫਾਰ ਦੈਟ ਵੀ ਹੈਵ ਟੂ ਗੋ ਵਿਦ ਦੈਟ ਹਾਈ ਆਰਡਰ thinking style questions which demand that hard efforts to respond. ਤਾਂ ਅਸੀਂ ਉਹ ਨਹੀਂ ਕਰ ਪਾਏ, ਪਰ ਕਿਉਂਕਿ ਬੜਾ ਸ਼ਾਰਟ ਟਾਈਮ ਸੀਗਾ, we don't have that question bank of that style ਕਿ ਸਾਡੇ ਕੋਲ ਉਸ ਤਰ੍ਹਾਂ ਦੀ ਕੁਐਸਚਨ ਹੀ ਬਣੇ ਹੋਏ ਨਹੀਂ ਹੈ, and our teacher don't have that exposure to prepare that hot order question. So we go with that with this limitation. We allow the student to consult their material and go with that examination. ਤਾਂ ਇਹ ਹੈ। ਔਰ ਇਹਦੇ ਵਿੱਚ ਇੱਕ ਸਟਾਈਲ ਇਹ ਵੀ ਹੈ ਕਿ ਬੱਚੇ ਨੂੰ ਕੁਐਸਚਨ 1 ਮਹੀਨਾ ਪਹਿਲਾਂ ਦੇ ਦਿੱਤਾ ਜਾਵੇ, ਤੁਹਾਨੂੰ ਕਿਹਾ ਵੀ ਆਹ ਕੁਐਸਚਨ ਦੇ ਦਿੱਤਾ, ਵਿਦਿਨ 1 month you have to respond. ਜਿਵੇਂ ਅਸੀਂ ਤੁਹਾਨੂੰ ਅਸਾਈਨਮੈਂਟ ਦਿੰਦੇ ਹਾਂ, ਅਸਾਈਨਮੈਂਟ ਵੀ ਓਪਨ ਬੁੱਕ ਐਗਜ਼ਾਮੀਨੇਸ਼ਨ ਸਿਸਟਮ ਹੈ, ਜਿਹਦੇ ਵਿੱਚ ਅਸੀਂ ਤੁਹਾਨੂੰ ਕੁਐਸਚਨ ਜਿਹੜਾ ਹੈ ਉਹ ਪੋਸਟ ਕਰ ਦਿੰਦੇ ਹਾਂ ਆਪਣੇ ਗੂਗਲ ਕਲਾਸਰੂਮ 'ਚ, ਐਂਡ ਵਿਦਿਨ that given time frame you have to submit your response by consulting any type of material. ਤਾਂ ਤੁਸੀਂ ਉਹ ਵੀ ਇੱਕ ਤਰ੍ਹਾਂ ਐਗਜ਼ਾਮੀਨੇਸ਼ਨ ਦਾ ਜਿਹੜਾ ਹੈ ਐਕਸਪੀਰੀਅੰਸ ਲੈਂਦੇ ਹੋ, ਜਿਹਦੇ ਵਿੱਚ ਤੁਸੀਂ ਕੰਸਲਟ ਕਰਕੇ ਲਿਖਣਾ ਹੁੰਦਾ ਹੈ। ਇਹਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ ਉਹ ਡੈਫੀਨੇਸ਼ਨ, ਤਾਂ ਉਹ ਕਹਿੰਦੇ ਓਪਨ ਦੇ ਵਿੱਚ ਕੀ ਹੈ, is an assessment method designed in a way that allows the student to refer to the class notes, textbooks and other approved material while answering the question. ਤੁਸੀਂ ਕੁਐਸਚਨ ਜਦੋਂ ਵੀ ਦਾ ਆਨਸਰ ਕਰਨਾ ਹੈ, ਉਦੋਂ ਤੁਸੀਂ ਕਿਸੇ ਵੀ ਸੋਰਸ ਨੂੰ ਜਿਹੜਾ ਯੂਜ਼ ਕਰਕੇ ਤੁਸੀਂ ਆਨਸਰ ਕਰ ਸਕਦੇ ਹੋ, ਕਿਉਂਕਿ the objectives of examination, open book examination are totally different from that normal set of examination where we just want to that evaluate the knowledge, understanding and application skills of the child. In open examination we try to target some high order skills among our child. ਤਾਂ ਇੱਥੇ ਸਿਰਫ ਨੌਲੇਜ ਦੀ ਗੱਲ ਨਹੀਂ ਹੋਏਗੀ, ਇੱਥੇ ਨੌਲੇਜ ਹੋਏਗੀ, ਇੱਥੇ ਗੱਲ ਹੋਏਗੀ ਐਨਾਲਾਈਜ਼ ਦੀ, ਇੱਥੇ ਗੱਲ ਹੋਏਗੀ ਸਿੰਥਸਾਈਜ਼ ਦੀ, ਇੱਥੇ ਗੱਲ ਹੋਏਗੀ ਕ੍ਰਿਟੀਕਲ ਇਵੈਲੂਏਸ਼ਨ ਦੀ, ਇੱਥੇ ਗੱਲ ਕ੍ਰੀਏਸ਼ਨ ਦੀ ਹੋਏਗੀ। ਸੋ ਇਹ ਹਾਈ ਆਰਡਰ ਸਟਾਈਲ ਹੈ, ਔਰ ਇਹਦੇ ਵਿੱਚ ਅਸੀਂ ਸਾਡਾ ਟਾਰਗੇਟ ਡਿਫਰੈਂਟ ਹੈ। ਸੋ ਵੀ ਪਰਮਿਟ ਆਲ ਟਾਈਪ ਆਫ ਮਟੀਰੀਅਲ। ਮੈਂ ਉਹ 3 ਇਡੀਅਟ ਦੀ ਉਹ ਐਗਜ਼ਾਮਪਲ ਦੀ ਗੱਲ ਕਰਨ ਲੱਗਿਆ ਸੀਗਾ, ਤਾਂ 3 ਇਡੀਅਟ ਦੇ ਵਿੱਚ ਇੱਕ ਜਗ੍ਹਾ ਤੇ ਉਹ ਪ੍ਰੀ ਰੈਜੂਲੇਸ਼ਨ ਸ਼ਾਇਦ ਇਸ ਤਰ੍ਹਾਂ ਜੋ ਬੋਰਡ ਦੇ ਉੱਪਰ ਆ ਕੇ ਇੱਕ ਵਰਡ ਲਿਖਦਾ ਤੇ ਉਸ ਤੋਂ ਬਾਅਦ ਕਹਿੰਦਾ ਹੈ ਕਿ ਯੂ ਹੈਵ ਦੈਟ 30 ਮਿੰਟ ਯੂ ਕੁਡ ਕੰਸਲਟ ਐਨੀ ਟਾਈਪ ਆਫ ਟੈਕਸਟ ਐਂਡ ਯੂ ਹੈਵ ਟੂ ਆਨਸਰ ਵਿਦਿਨ ਦਾ 30 ਸੈਕਿੰਡ ਦਿਸ what this the meaning of this particular word is. ਤਾਂ ਉਹ ਦੇਖਦੇ ਆ ਕਿ ਉਹ ਲੋਕ ਜਿਹੜੇ ਹੈਗੇ ਆ ਸਾਰੀਆਂ ਬੁੱਕਸ ਟਰਾਈ ਕਰਦੇ ਆ, ਬਟ ਦੇ ਆਰ ਨਾਟ ਏਬਲ ਟੂ ਫਾਈਂਡ ਆਊਟ ਦਾ ਆਨਸਰ। ਤਾਂ ਇਹ ਵੀ ਰਹਿੰਦਾ ਹੈ ਓਪਨ ਬੁੱਕ ਐਗਜ਼ਾਮੀਨੇਸ਼ਨ ਦੇ ਵਿੱਚ ਕਿ ਅਸੀਂ ਹਾਈ ਆਰਡਰ ਕੁਐਸਚਨ ਬਣਾਉਣੇ ਆ। ਵੀ ਪਰਮਿਟ ਦਾ ਚਾਈਲਡ to consult that any text, but we book examination we provide very less time in proportion to the number of questions to students to attempt the exam. 180 ਮਿੰਟ 3 ਘੰਟੇ ਦੇ ਵਿੱਚ ਉਹਨਾਂ ਨੂੰ 250 ਕੁਐਸਚਨ ਦਾ ਆਨਸਰ ਦੇਣਾ ਹੈ। they have to attempt near about 250 question within the provided time limit of 3 hours. ਤਾਂ ਇਹਦਾ ਮਤਲਬ ਹੈ 1 ਮਿੰਟ ਨਹੀਂ ਹੈ ਉਹਨਾਂ ਕੋਲ 1 ਮਿੰਟ ਨਹੀਂ ਹੈ, ਉਹਨਾਂ ਕੋਲ 1 ਮਿੰਟ ਤੋਂ ਘੱਟ ਹੈ, ਤਾਂ ਉਹਨਾਂ ਨੂੰ ਉਸ ਟਾਈਮ ਦੇ ਵਿੱਚ ਹੀ ਉਹਨਾਂ ਨੂੰ ਜਿਹੜਾ ਹੈ ਆਨਸਰ ਕਰਨਾ ਹੈ। ਤਾਂ ਇਸ ਦੇ ਲਈ ਫਿਰ ਉਹ ਬੜੀ ਜਲਦੀ 'ਚ ਜੇ ਇਫ ਦੇ ਆਰ ਨਾਟ ਵੈਲ ਵਰਸਡ ਅਬਾਊਟ ਦਾ ਟੈਕਸਟ ਕਿ ਇਹ ਬੁੱਕ ਦੀ ਆਰਗੇਨਾਈਜੇਸ਼ਨ ਕਿਵੇਂ ਦੀ ਹੈ, ਦੇ ਰਿਸਪੌਂਡ ਟੂ ਐਨੀ ਆਨਸਰ ਐਨੀ ਕੁਐਸਚਨ, ਤਾਂ ਉਹ ਇੱਕ ਜਿਹੜਾ ਹੈ ਇਹਦੇ ਵਿੱਚ ਲਿਮਿਟੇਸ਼ਨ ਰਹੇਗੀ।
ਤਾਂ ਅਸੀਂ ਦੇਖਦੇ ਹਾਂ ਕਿ ਜਿੰਨਾ ਚਿਰ ਬੱਚੇ ਨੇ ਪੜ੍ਹਿਆ ਨਹੀਂ ਹੈ ਉਹਨਾਂ ਚਿਰ ਤੱਕ ਉਹ ਇਸ ਨੂੰ ਅਟੈਂਪਟ ਨਹੀਂ ਕਰ ਪਾਏਗਾ, ਕਿਉਂਕਿ नॉर्मल क्वेश्चन नहीं है कि व्हाट इज इकोनॉमिक्स के पहले पेज से मिल जाएगा। इट इज नॉट ऑफ दैट काइंड। ये उस तरह के क्वेश्चन नहीं होंगे। ठीक है, ਤਾਂ ਅਸੀਂ ਇਹਦੇ ਵਿੱਚ ਅਗਲੀ ਗੱਲ ਵੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿੰਨੇ ਟਾਈਪਸ ਦੇ ਕੁਐਸਚਨ ਜਿਹੜੇ ਹੈਗੇ ਆ ਐਗਜ਼ਾਮੀਨੇਸ਼ਨ ਸਿਸਟਮ ਹੋ ਸਕਦਾ ਹੈ। ਆਮ ਤੌਰ ਤੇ ਅਸੀਂ ਕਹਿੰਦੇ ਆ ਕਿ ਜਿਹੜਾ ਇਹਦੇ ਟਾਈਪਸ ਨੇ ਉਹ 2 ਟਾਈਪਸ ਨੇ ਔਰ ਸਟਾਈਲ ਜਿਹੜੇ ਨੇ ਉਹ 3 ਤਰ੍ਹਾਂ ਦੇ ਨੇ। ਤਾਂ ਅਸੀਂ ਪਹਿਲਾਂ ਟਾਈਪਸ ਦੀ ਗੱਲ ਕਰਦੇ ਹਾਂ ਕਿ ਰਿਸਟ੍ਰਿਕਟਡ ਟਾਈਪ ਜਿਹੜਾ ਹੈ ਔਰ ਅਨਰਿਸਟ੍ਰਿਕਟਡ ਟਾਈਪ, 2 ਤਰ੍ਹਾਂ ਦੇ ਐਗਜ਼ਾਮੀਨੇਸ਼ਨ ਜਿਹੜੇ ਹੈ ਇਹਦੇ ਵਿੱਚ ਕਰਵਾਏ ਜਾਂਦੇ ਆ। ਪਹਿਲਾਂ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਰਿਸਟ੍ਰਿਕਟਡ ਕੀ ਹੈ। ਰਿਸਟ੍ਰਿਕਟਡ ਦਾ ਮਤਲਬ ਹੈ ਕਿ ਸਟੂਡੈਂਟ ਨੂੰ ਪਰਮਿਟ ਤਾਂ ਕੀਤਾ ਜਾਂਦਾ ਹੈ ਕਿ ਐਗਜ਼ਾਮੀਨੇਸ਼ਨ ਦੇ ਵਿੱਚ ਉਹ ਲਿਜਾ ਸਕਦੇ ਆ, ਪਰ देयर इज अ रिस्ट्रिक्शन ऑन नंबर ऑफ डॉक्यूमेंट विच दे कुड कैरी। ਉਹਦੇ ਵਿੱਚ ਹੁੰਦਾ ਹੈ ਕਿ ਇੱਕ ਜਾਂ ਇੱਕ ਤੋਂ ਜ਼ਿਆਦਾ ਅਪਰੂਵਡ ਡਾਕੂਮੈਂਟ ਹੀ ਲਿਜਾ ਸਕਦੇ ਆ। ਅਪਰੂਵਡ ਡਾਕੂਮੈਂਟ ਦਾ ਮਤਲਬ ਹੈ ਪਹਿਲਾਂ ਲਿਸਟ ਲਗਾਈ ਜਾਂਦੀ ਹੈ। ਜਿਵੇਂ ਤੁਹਾਨੂੰ ਅੱਜ ਕੱਲ੍ਹ ਵੀ ਦੇਖਿਆ ਹੋਏਗਾ, ਤੁਸੀਂ ਜਦੋਂ ਕੋਈ ਸਟੈਟਿਸਟਿਕਸ ਦਾ ਜਿਹੜਾ ਹੈ एग्जाम ਹੁੰਦਾ ਤਾਂ ਉਹ ਕਹਿੰਦੇ ਆ ਕਿ ਤੁਸੀਂ ਟੇਬਲ ਲਿਜਾ ਸਕਦੇ ਹੋ, ਲੋਗਰਿਥਮਿਕ ਟੇਬਲ ਲਿਜਾ ਸਕਦੇ ਹੋ। ਠੀਕ ਹੈ, ਔਰ ਜਦੋਂ ਤੁਸੀਂ ਕੋਈ ਜਿਓਗ੍ਰਾਫੀ ਦਾ ਪੇਪਰ ਅਟੈਂਪਟ ਕਰਦੇ ਹੋ ਤਾਂ ਉਹ ਕਹਿੰਦੇ ਆ ਕਿ ਤੁਸੀਂ ਆਪਣਾ ਬਲੈਂਕ ਮੈਪ ਨਾਲ ਲਿਜਾ ਸਕਦੇ ਹੋ। ਫੀਚਰ ਆਫ ਇੰਡੀਆ ਦਾ ਕੁਐਸਚਨ ਆਏਗਾ ਤਾਂ ਤੁਹਾਨੂੰ ਮੈਪ ਮਿਲੇਗਾ, ਤਾਂ ਬਲੈਂਕ ਮੈਪ ਮਿਲ ਜਾਂਦਾ। ਯੂ ਹੈਵ ਟੂ ਜਸਟ ਫਿਲ ਔਰ ਇੰਡੀਕੇਟ what they have asked to plot or that present on the map। ਤਾਂ ਅਸੀਂ ਉਹ ਦੇਖਦੇ ਹਾਂ ਕਿ ਇਸ ਤਰ੍ਹਾਂ ਦੀਆਂ ਪਰਮਿਸ਼ਨਸ ਹੁੰਦੀਆਂ, ਬਟ ਲਿਮਟਿਡ ਸੋਰਸਸ ਹੀ ਲਿਜਾ ਸਕਦੇ ਹੋ ਔਰ ਉਹ ਵੀ ਅਪਰੂਵ ਕੀਤੇ ਜਾਂਦੇ ਆ ਗਵਰਨਮੈਂਟ ਵੱਲੋਂ। ਜਿਵੇਂ ਤੁਹਾਨੂੰ ਕਿਹਾ ਜਾਂਦਾ ਹੈ ਕਿ if you have to appear for that statistical exam, there is a permission to bring your calculator, but it should not be that scientific। ठीक है, तो ਸਾਇੰਟੀਫਿਕ ਨਹੀਂ ਹੋਣਾ ਚਾਹੀਦਾ। ਤਾਂ ਅਸੀਂ ਰਿਸਟ੍ਰਿਕਸ਼ਨ ਲਗਾ ਕੇ ਅਪਰੂਵ ਕਰਦੇ ਹਾਂ। ਤਾਂ ਇਸ ਤਰ੍ਹਾਂ ਦਾ ਵੀ ਐਗਜ਼ਾਮੀਨੇਸ਼ਨ ਸਿਸਟਮ ਜਿਹੜਾ ਹੈ ਉਹ ਪੋਸੀਬਲ ਹੁੰਦਾ ਹੈ, ਜਿਹਦੇ ਵਿੱਚ ਅਸੀਂ ਕੁਝ ਜਿਹੜਾ ਹੈ ਪਰਮਿਸ਼ਨ ਦੇ ਦਿੰਦੇ ਹਾਂ। ਔਰ ਅਗਲੀ ਗੱਲ ਇਹ ਹੁੰਦੀ ਹੈ ਕਿ ਜੇ ਤੁਸੀਂ ਆਪਣਾ ਕੋਈ ਟੇਬਲ ਲੈ ਕੇ ਜਾ ਰਹੇ ਹੋ ਕੰਸਲਟ ਕਰਨ ਲਈ, ਲੋਗਰਿਥਮਿਕ ਟੇਬਲ ਲੈ ਕੇ ਜਾ ਰਹੇ ਹੋ, ਤਾਂ ਉਹਦੇ ਤੇ ਹੈਂਡ ਰਿਟਨ ਕੁਝ ਨਹੀਂ ਹੋਏਗਾ। ਸਾਰਾ ਪ੍ਰਿੰਟਡ ਮਟੀਰੀਅਲ ਡਾਕੂਮੈਂਟ ਜਿਹੜਾ ਹੈ ਉਹ ਹੋਣਾ ਚਾਹੀਦਾ ਹੈ ਔਰ ਉਸ ਨੂੰ ਅਸੀਂ ਅਪਰੂਵ ਕਰਵਾਈਏ ਕਿ ਉਹ ਪਹਿਲਾਂ ਤੋਂ ਅਪਰੂਵਡ ਹੈ, ਲਿਜਾ ਸਕਦੇ ਹੋ। ਜਿਵੇਂ ਤੁਸੀਂ ਵਾਚ ਵੀ ਲਿਜਾ ਸਕਦੇ ਜੇ ਉਹਦੇ ਵਿੱਚ ਸਾਇੰਟੀਫਿਕ ਕੈਲਕੂਲੇਟਰ ਹੈ ਤਾਂ, ਜਾਂ ਉਹਦੇ ਵਿੱਚ ਪੋਸੀਬਲ ਹੈ, ਜਾਂ ਤੁਹਾਨੂੰ ਤੁਸੀਂ ਨਾਰਮਲ ਟ੍ਰੈਡੀਸ਼ਨਲ ਐਗਜ਼ਾਮੀਨੇਸ਼ਨ ਸਿਸਟਮ ਹੈ ਉਹਦੇ ਵਿੱਚ ਵੀ ਦੇਖਦੇ ਹੋ ਕੁਝ ਕੁ ਪਰਮਿਟੇਬਲ ਜਿਹੜੇ ਹੈਗੇ ਆ ਡਾਕੂਮੈਂਟਸ ਹੁੰਦੇ ਆ ਜਿਹੜੇ ਤੁਸੀਂ ਲਿਜਾ ਸਕਦੇ ਹੋ, ਕੁਝ ਕੁ ਗੈਜਟਸ ਹੁੰਦੇ ਆ ਜਿਹੜੇ ਲਿਜਾ ਸਕਦੇ ਹੋ, ਜਿਵੇਂ ਕੈਲਕੂਲੇਟਰ। ਇਹ ਗੱਲ ਸਮਝ ਆ ਗਈ ਕਿ ਇਸ ਤਰ੍ਹਾਂ ਦਾ ਕੋਈ ਵੀ ਮਟੀਰੀਅਲ ਲੈ ਕੇ ਜਾਣਾ ਪਰ ਉਹ ਅਪਰੂਵ ਕਰਵਾਉਣਾ ਪਏਗਾ। ਪਹਿਲਾਂ ਤੁਸੀਂ ਉਸ ਨੂੰ ਪ੍ਰਿੰਟ ਫਾਰਮ 'ਚ ਲੈ ਲਓਗੇ ਔਰ ਫਿਰ ਜਿਹੜੀ ਅਥਾਰਟੀ ਜਾਂ ਇਨਵਿਜੀਲੇਟਰ ਟੀਮ ਹੈ ਤੁਸੀਂ ਉਸ ਤੋਂ ਅਪਰੂਵ ਕਰਾਓਗੇ। ਦੇਖੋ ਜੀ ਇਹਦੇ ਉੱਤੇ ਮੈਂ ਹੱਥ ਨਾਲ ਕੁਝ ਨਹੀਂ ਲਿਖਿਆ, ਇਹ ਉਹੀ ਕੰਟੈਂਟ ਹੈ ਜਿਹੜਾ ਪਹਿਲਾਂ ਤੋਂ ਬੋਰਡ ਨੇ ਜਾਂ ਯੂਨੀਵਰਸਿਟੀ ਨੇ ਪਾਸ ਕੀਤਾ, ਲੈ ਕੇ ਜਾਣਾ ਅਲਾਉ ਕੀਤਾ ਹੋਇਆ ਹੈ। ਤਾਂ ਇਹ ਪੋਸੀਬਿਲਿਟੀ ਇਹਦੇ ਵਿੱਚ ਰਹਿੰਦੀ ਹੈ। ਔਰ ਇਸ ਤਰ੍ਹਾਂ ਹੀ ਜਿਵੇਂ ਮੈਂ ਕਹਿ ਰਿਹਾ ਸੀ ਕਿ ਮੋਬਾਈਲ ਨਹੀਂ ਲਿਜਾਣ ਦਿੰਦੇ, ਕਿਉਂਕਿ ਮੋਬਾਈਲ ਸਾਇੰਟੀਫਿਕ ਕੈਲਕੂਲੇਟਰ ਆਉਂਦਾ ਹੈ ਔਰ ਤੁਸੀਂ ਇਸ 'ਤੇ ਵੈਬ ਸੋਰਸ ਕੰਸਲਟ ਕਰ ਸਕਦੇ ਹੋ। ਜਾਂ ਜਿਹੜੀ ਹੈ ਸਮਾਰਟ ਵਾਚ ਨਹੀਂ ਲੈ ਕੇ ਜਾਣ ਦਿੰਦੇ, ਉਹਦੇ 'ਚ ਕੈਲਕੂਲੇਟਰ ਹੁੰਦਾ ਹੈ। ਤਾਂ ਇਸ ਤਰ੍ਹਾਂ ਦੀਆਂ ਰਿਸਟ੍ਰਿਕਸ਼ਨਸ ਦੇ ਨਾਲ ਅਸੀਂ ਇਹ ਐਗਜ਼ਾਮ ਕੰਡਕਟ ਕਰਾਉਂਦੇ ਹਾਂ। ਬੁੱਕਸ ਲਿਜਾ ਸਕਦੇ ਹੋ, ਕੰਟੈਂਟ ਲਿਜਾ ਸਕਦੇ ਹੋ, ਪਰ ਜਿਹੜਾ ਉਹਨਾਂ ਨੇ ਪਹਿਲਾਂ ਪਰਮਿਟ ਕੀਤਾ ਹੁੰਦਾ ਹੈ। ਇੱਕ ਆਉਂਦਾ ਹੈ ਅਨਰਿਸਟ੍ਰਿਕਟਡ ਟਾਈਪ ਆਫ ਜਿਹੜਾ ਓਪਨ ਬੁੱਕ ਐਗਜ਼ਾਮੀਨੇਸ਼ਨ। ਇਹਦੇ ਵਿੱਚ ਅਸੀਂ ਕੀ ਕਰਦੇ ਹਾਂ ਕਿ ਦੇ ਹੈਵ ਫਰੀडम ਟੂ ਬ੍ਰਿੰਗ ਐਨੀ ਟਾਈਪ ਆਫ, ਕਿਸੇ ਤਰ੍ਹਾਂ ਦਾ ਵੀ देयर इज नो ਰਿਸਟ੍ਰਿਕਸ਼ਨ। ਠੀਕ ਹੈ, ਕਿਸੇ ਤਰ੍ਹਾਂ ਦਾ ਵੀ ਲਿਜਾ ਸਕਦੇ ਆ, ਕੋਈ ਬੁੱਕ ਲਿਜਾ ਸਕਦੇ ਆ, ਕੋਈ ਰੈਫਰੈਂਸ ਸੋਰਸ ਲਿਜਾ ਸਕਦੇ ਆ, ਪਰ ਉਹਦੇ ਵਿੱਚ ਵੀ ਇੱਕ ਗੱਲ ਕੀ ਜਾਂਦਾ ਕਿ ਇਨਸਕ੍ਰਾਈਬ ਨਹੀਂ ਹੋਣਾ ਚਾਹੀਦਾ, ਜਾਂ ਤੁਸੀਂ ਆਪਣੇ ਵੱਲੋਂ ਨਾ ਲਿਖਿਆ ਹੋਵੇ ਮਾਰਜਨ ਦੇ ਉੱਪਰ। ਔਰ ਤੁਸੀਂ ਲੈਕਚਰ ਜਿਹੜੇ ਨੇ ਉਹਨਾਂ ਦੇ ਟੀਚਰਸ ਦੇ ਉਹਨਾਂ ਦੇ ਹੈਂਡ ਆਊਟ ਵੀ ਲਿਜਾ ਸਕਦੇ ਹੋ, ਆਪਣੇ ਲਿਖੇ ਹੋਏ ਲੈਕਚਰ ਜਿਹੜੇ ਹੈ ਉਹ ਨੋਟਸ ਵੀ ਲਿਜਾ ਸਕਦੇ ਹੋ, ਪਰ ਓਵਰਰਾਈਟ ਨਹੀਂ ਹੋਣੇ ਚਾਹੀਦੇ। ਤਾਂ ਕਾਰਨ ਕੀ ਹੈ, ਕਿਉਂ ਪਰਮਿਟ ਕਰ ਦਿੱਤਾ ਜਾਂਦਾ, ਅਨਰਿਸਟ੍ਰਿਕਟਡ ਕਿਉਂ ਹੁੰਦਾ ਹੈ? ਕਿਉਂਕਿ ਅਸੀਂ ਇਹ ਕਹਿੰਦੇ ਹਾਂ ਕਿ ਆਵਰ ਫੋਕਸ ਇਜ਼ ਟੂ ਟੈਸਟ ਦਾ ਸੈਟ ਆਫ ਇੰਟੈਲੈਕਚੁਅਲ ਸਕਿੱਲਸ ਰੈਦਰ ਦੈਨ ਦੈਟ ਇਨਫੋਰਮੇਸ਼ਨ ਐਂਡ ਕੰਟੈਂਟ। ਅਸੀਂ ਨੌਲੇਜ ਔਰ ਅੰਡਰਸਟੈਂਡਿੰਗ ਨਹੀਂ ਚੈੱਕ ਕਰਨੀ ਬੱਚੇ ਦੀ। ਵੀ ਆਰ ਹੇਅਰ ਟੂ evaluate some high order intellectual skills। ਉਹ ਹਾਈ ਆਰਡਰ ਕੀ ਨੇ? ਉਹਦਾ ਰੀਜ਼ਨਿੰਗ, ਉਹਦਾ ਲੌਜਿਕ, ਉਹਦਾ ਕ੍ਰਿਟਿਕਸ, ਉਹਦੀ ਐਕਸਪਲੇਨੇਸ਼ਨ, ਉਹਦਾ ਐਕਸਪ੍ਰੈਸ਼ਨ, ਅਸੀਂ ਉਹ ਚੈੱਕ ਕਰਨਾ ਚਾਹੁੰਦੇ ਹਾਂ। ਔਰ ਅਸੀਂ ਇਹਦੇ ਵਿੱਚ ਕੋਈ ਨੌਲੇਜ ਦੀ ਗੱਲ ਨਹੀਂ ਕਰ ਰਹੇ ਕਿ ਉਹਨੂੰ ਆਉਂਦਾ ਕਿ ਨਹੀਂ ਆਉਂਦਾ। ਮੰਨ ਲਓ ਕੁਐਸਚਨ ਦਿੱਤਾ ਹੈ ਕਿ ਕੁਐਸਚਨ ਹੀ ਇੰਨਾ ਵੇਗ ਹੈ ਕਿ ਜੇ ਤੁਸੀਂ ਪ੍ਰਾਈਮ ਮਿਨਿਸਟਰ ਹੁੰਦੇ ਤਾਂ ਕੀ ਹੁੰਦਾ। ਠੀਕ ਹੈ, ਹੁਣ ਪ੍ਰਾਈਮ ਮਿਨਿਸਟਰ ਹੁੰਦੇ ਤਾਂ ਕੀ ਹੁੰਦਾ, ਤਾਂ ਬੱਚਾ ਆਪਣੀ ਆਈਡੀਓਲੋਜੀ ਚੋਂ ਜਿਹੜਾ ਹੈ ਲਿਖੇਗਾ। ਔਰ ਜੇ ਕੋਈ ਇਕਨੋਮਿਕਸ ਦਾ ਸਟੂਡੈਂਟ ਹੈ ਪਾਸ ਦਾ, ਤਾਂ ਉਹ ਸਭ ਤੋਂ ਜ਼ਿਆਦਾ ਸਟ੍ਰੈਸ ਜਿਹੜਾ ਹੈ ਉਹ ਇਹ ਦੇਗਾ ਕਿ ਆਈ ਵਿਲ ਟਰਾਈ ਟੂ ਰਿਜ਼ੋਲਵ ਦੈਟ ਪ੍ਰੋਬਲਮ ਵਿਚ ਆਵਰ ਇਕੋਨਮੀ ਇਜ਼ ਫੇਸਿੰਗ ਪ੍ਰੈਜ਼ੈਂਟਲੀ। ਅਸੀਂ ਅਨਇੰਪਲੋਇਮੈਂਟ ਖਤਮ ਕਰਾਂਗੇ, ਅਸੀਂ ਇਨਫਲੇਸ਼ਨ ਖਤਮ ਕਰਾਂਗੇ, ਅਸੀਂ ਪਾਵਰਟੀ ਰੈਡੀਕੇਸ਼ਨ 'ਤੇ ਕੰਮ ਕਰਾਂਗੇ, ਅਸੀਂ ਇੰਪਲੋਇਮੈਂਟ ਜਨਰੇਸ਼ਨ 'ਤੇ ਕੰਮ ਕਰਾਂਗੇ, ਅਸੀਂ ਇਨਵੈਸਟਮੈਂਟ
ਬੈਟਰ ਕਰਨ ਤੇ ਕੰਮ ਕਰਾਂਗੇ। ਅਸੀਂ ਜਿਹੜਾ ਹੈ ਜਿਹੜੀ ਸਾਡੀ ਇਕਨੋਮੀ ਸਲੋ ਡਾਊਨ ਹੋ ਰਹੀ ਹੈ, ਅਸੀਂ ਉਹਨੂੰ ਹੋਰ ਬੈਟਰ ਕਰਨ ਦੀ ਕੋਸ਼ਿਸ਼ ਕਰਾਂਗੇ। ਅਸੀਂ ਪ੍ਰੋਡਕਟਿਵਿਟੀ ਡਿਫਰੈਂਟ ਸੈਕਟਰ ਦੀ, ਤਾਂ ਇਹਦਾ ਮਤਲਬ ਹੈ ਉਹ ਪਰਸਨ ਜੇ ਪ੍ਰਧਾਨ ਮੰਤਰੀ ਹੋਏਗਾ ਤਾਂ ਉਹ ਆਪਣੀ ਬੈਕਗਰਾਉਂਡ ਚੋਂ ਹੀ ਲਿਖੇਗਾ। ਠੀਕ ਹੈ, ਕਿਹਾ ਜਾਵੇ ਕਿ ਵਾਟ ਯੂ ਵਿਲ ਡੂ ਇਫ ਵੀ ਵਿਲ ਅਪਾਇੰਟ ਯੂ ਐਜ਼ ਅ ਫਾਈਨਾਂਸ ਮਿਨਿਸਟਰ ਟੂ ਰਿਜ਼ੋਲਵ ਦਾ ਪ੍ਰੋਬਲਮ ਆਫ ਇੰਡੀਅਨ ਇਕਨੋਮੀ। ਠੀਕ ਹੈ, ਹੁਣ ਤੁਸੀਂ ਕੀ ਕਰੋਗੇ? ਜੇ ਤਾਂ ਸੀਤਾਰਮਨ ਨੂੰ ਦੇਖਦੇ ਹੋ ਤਾਂ ਤੁਸੀਂ ਲਿਖੋਗੇ ਕਿ ਪਿਆਜ਼ ਖਾਣਾ ਛੱਡ ਦਿਆਂਗੇ, ਮਹਿੰਗਾਈ ਕੰਟਰੋਲ ਹੋ ਜਾਏਗੀ। ਪਰ ਜੇ ਤੁਸੀਂ ਇੱਕ ਅੱਛੇ ਸਟੂਡੈਂਟ ਰਹੇ ਹੋਵੋਗੇ ਤਾਂ ਤੁਸੀਂ ਉਹਦੇ ਵਿੱਚ ਉਹ ਸਾਰੇ ਮੋਨਟਰੀ ਔਰ ਫਿਜ਼ੀਕਲ ਮੈਜ਼ਰਸ ਦੀ ਗੱਲ ਕਰੋਗੇ। ਉਹ ਸਾਰੀ ਜਿਹੜੀ ਹੈ ਰਾਈਟ ਟੂ ਇਕਨੋਮਿਕਸ ਪੋਲੀਟਿਕਸ ਜਿਹੜੀ ਹੈ, ਰਾਈਟ ਟੂ ਇਕਨੋਮਿਕਸ ਜਿਹੜਾ ਬ੍ਰਾਂਚ ਹੈ, ਜਿਹੜੀ ਡਾਕਟਰ ਮਨਮੋਹਨ ਸਿੰਘ ਨੇ ਇਨਵੈਂਟ ਕੀਤੀ ਹੈ, ਜਾਂ ਜਿਹਦੇ ਤੇ ਪੂਅਰਸ ਇਕਨੋਮਿਕਸ ਜਿਹਦੀ ਆਪਾਂ ਕੱਲ੍ਹ ਅਭਿਜੀਤ ਬੈਨਰਜੀ ਦੀ ਗੱਲ ਕਰ ਰਹੇ ਸੀ, ਤੁਸੀਂ ਉਹਦੇ ਵਿੱਚੋਂ ਕੁਝ ਲਿਖੋਗੇ ਜਿਹੜਾ ਆਈਡੀਆ ਹੋਏਗਾ, ਜਿਹੜਾ ਨਵਾਂ ਵਿਜ਼ਨ ਹੋਏਗਾ ਟੂ ਰਿਜ਼ੋਲਵ ਦਾ ਪ੍ਰੋਬਲਮ ਆਫ ਇੰਡੀਅਨ ਇਕਨੋਮੀ। ਤਾਂ ਇੱਥੇ ਓਪਨ ਹੈ ਕੁਐਸਚਨ, ਇੱਥੇ ਕੰਟੈਂਟ ਦਾ ਕੁਐਸਚਨ ਨਹੀਂ ਹੈ। ਇਹ ਕੁਐਸਚਨ ਜਿਹੜਾ ਹੈ ਇਮੈਜਨਰੀ ਹੈ, ਔਰ ਇਮੈਜਨਰੀ ਕੁਐਸਚਨ ਦੇ ਵਿੱਚ ਅਸੀਂ ਤੁਹਾਨੂੰ ਇਹ ਨਹੀਂ ਚੈੱਕ ਕਰ ਰਹੇ ਕਿ ਬੁੱਕ 'ਚ ਕੀ ਲਿਖਿਆ ਹੈ। ਬੁੱਕ ਦੇ ਦਿੱਤੀ, ਬੁੱਕ 'ਚ ਤੁਸੀਂ ਇਹ ਕੰਸਲਟ ਕਰ ਸਕਦੇ ਹੋ ਕਿ ਅੱਜ ਫਾਈਨਾਂਸ ਮਿਨਿਸਟਰ ਨੂੰ ਕੀ ਕੰਮ ਕਰਨੇ ਨੇ ਔਰ ਕੀ ਇਕਨੋਮੀ ਦੀਆਂ ਪ੍ਰੋਬਲਮਸ ਨੇ। ਤਾਂ ਹਾਂ ਠੀਕ ਹੈ, ਤੁਸੀਂ ਉਹ ਤੋਂ ਦੇਖ ਲਓ ਕਿੰਨੇ ਪਰਸੈਂਟ ਇੰਪਲਾਇਮੈਂਟ ਹੈ, ਅਨਇੰਪਲਾਇਮੈਂਟ ਕਿੰਨੇ ਪਰਸੈਂਟ ਹੈ, ਇਨਫਲੇਸ਼ਨ ਕਿੰਨੇ ਪਰਸੈਂਟ ਹੈ, ਪਾਵਰਟੀ ਕਿੰਨੇ ਪਰਸੈਂਟ ਹੈ, ਜਿਹੜਾ ਹੈਲਥ ਸਟਾਰਟਨੈਸ ਕਿੰਨੇ ਪਰਸੈਂਟ ਹੈ, ਕਿੰਨੇ ਪਰਸੈਂਟ ਲੋਕਾਂ ਨੂੰ ਅਸੀਂ ਮਨਰੇਗਾ 'ਚ ਮਿਨੀਮਮ ਜਿਹੜੀ ਹੈ ਇੰਪਲਾਇਮੈਂਟ ਗਰੰਟੀ ਦਿੱਤੀ ਹੈ, ਔਰ ਕਿੰਨੇ ਪਰਸੈਂਟ ਲੋਕ ਜਿਹੜੇ ਹੈਗੇ ਆ ਉਹ ਸਾਡੇ ਸਿਕਿਉਰਿਟੀ ਪੀਡੀਐਸ 'ਚ ਫੂਡ ਸਿਕਿਉਰਿਟੀ ਲੈ ਰਹੇ ਆ। ਤੁਸੀਂ ਇਹ ਸਾਰਾ ਕੁਝ ਕੰਸਲਟ ਕਰੋਗੇ, ਪਰ ਹਾਊ ਟੂ ਰਿਜ਼ੋਲਵ ਇਟ इज नॉट मेंशन इन एनी बुक, वो तुसी लिखना। मेरी गल कुछ जो वो एग्जाम में जो क्वेश्चन डालेंगे वो वैसा नहीं होगा जो हमें बुक्स में से मिल जाएगा, वो हमें खुद सोच के लिखना पड़ेगा एग्जाम में। क्या बात है, ठीक है। हाँ, मतलब ये क्वेश्चन होएगा, बुक च भी होएगा, पर बुक च दा बेस होएगा। जो मैं कह रहा कि बुक दे विच होएगा कि प्रेजेंट इन्फ्लेशन कितनी है, प्रेजेंट पावर्टी कितनी है, प्रेजेंट जीडीपी ग्रोथ की है, प्रेजेंट साडा जिहड़ा है फिजिकल रिजर्व कितना है, प्रेजेंट साडी अनएम्प्लॉयमेंट कितनी है, होएगा सारा कुछ होएगा। पर जदों ये सारे नैगेटिव इंडिकेटर्स होणगे, हाउ टू मेक दैम पॉजिटिव, वो किसी बुक 'ਚ नहीं होएगा। ਤਾਂ ਇਹ ਗੱਲ ਅਸੀਂ ਦੇਖੀ ਓਪਨ ਬੁੱਕ ਐਗਜ਼ਾਮੀਨੇਸ਼ਨ ਦੀ, ਜਦੋਂ ਡਾਕਟਰ ਕੇਨਜ਼, ਮੈਂ ਪਹਿਲਾਂ ਤੁਹਾਡੇ ਨਾਲ ਗੱਲ ਕੀਤੀ ਹੈ, ਜਦੋਂ ਗ੍ਰੈਜੂਏਸ਼ਨ ਦੇ ਫਾਈਨਲ ਈਅਰ 'ਚ ਅਪੀਅਰ ਹੁੰਦੇ ਆ, at that time there was a great recession 1929, ਬਹੁਤ ਵੱਡੀ ਮਹਾਮੰਦੀ ਆਂਦੀ ਹੈ ਜੇ ਵਰਲਡ ਦੇ ਵਿੱਚ। ਔਰ ਗ੍ਰੇਟ ਰਿਸੈਸ਼ਨ ਇਸ ਤਰ੍ਹਾਂ ਦਾ ਰਿਸੈਸ਼ਨ ਸੀਗਾ ਕਿ ਯੂਰਪ, ਕਿਉਂਕਿ ਫਸਟ ਵਰਲਡ ਵਾਰ ਤੋਂ ਬਾਅਦ ਬਿਲਕੁਲ ਕਲੈਪਸ ਹੋ ਗਿਆ। 1919 ਚ ਵਰਲਡ ਵਾਰ ਖਤਮ ਹੋਈ ਤਾਂ ਅਗਲਾ ਪੂਰਾ ਦਹਾਕੇ ਦੇ ਵਿੱਚ ਯੂਰਪ ਦੀ ਇਕਨੋਮੀ ਬਿਲਕੁਲ ਡਿਸਟਰਕਸ਼ਨ ਕਰੇਗੀ, ਬਿਲਕੁਲ ਜਿਹਨੂੰ ਨੇ ਕਲੈਪਸ ਹੋ ਗਈਆਂ ਸਾਰੀਆਂ ਇਕਨੋਮੀਜ਼। ਔਰ ਇੰਸੀਡੈਂਟ ਦੇ ਵਿੱਚ ਲਿਖਿਆ, ਮੈਂ ਕਿਤੇ ਡਾਕੂਮੈਂਟ ਪੜ੍ਹਿਆ ਕਿ ਇਟਲੀ 'ਚ ਇਹ ਹਾਲਤ ਹੋ ਗਈ ਕਿ ਲੋਕਾਂ ਨੇ ਆਪਣੀਆਂ ਲੜਕੀਆਂ ਨੂੰ ਚੌਂਕਾਂ 'ਚ ਖੜੇ ਕਰਕੇ ਵੇਚ ਦਿੱਤਾ ਤਾਂ ਕਿ ਬਾਕੀ ਪਰਿਵਾਰ ਜਿਹੜਾ ਹੈ ਉਹ ਜਿਹੜਾ ਫੂਡ ਜਿਹੜਾ ਹੈ ਸਸਟੇਨੇਬਲ ਉਹ ਗੇਨ ਕਰ ਸਕੇ ਔਰ ਬਚਾਇਆ ਜਾ ਸਕੇ ਦੂਸਰੇ ਪਰਿਵਾਰ ਨੂੰ। ਤਾਂ ਇਸ ਤਰ੍ਹਾਂ ਦੀ ਇਨਫਲੇਸ਼ਨ ਸੀ। ਔਰ ਉਦੋਂ ਡਾਕਟਰ ਕੇਨਜ਼ ਜਿਹੜੇ ਹੈ, ਲਾਰਡ ਕੇਨਜ਼ ਜਿਹੜੇ ਆ, ਉਹ ਅਪੀਅਰ ਹੁੰਦੇ ਐਗਜ਼ਾਮ ਦੇ ਵਿੱਚ, ਤੇ ਉੱਥੇ ਕੁਐਸਚਨ ਹੈ ਹਾਊ ਵੀ ਕੁਡ ਦੈਟ ਇੰਪਲੀਮੈਂਟ ਦ ਸੇਜ ਲਾਅ ਆਫ ਮਾਰਕੀਟ ਟੂ ਰਿਜ਼ੋਲਵ ਦ ਪ੍ਰੋਬਲਮ ਆਫ ਗ੍ਰੇਟ ਰਿਸੈਸ਼ਨ। ਤਾਂ ਨੈਗੇਟ ਕਰ ਦਿੰਦੇ ਆ, ਕਹਿੰਦੇ ਕਿ this is totally incomplete and incompetent economics। ਤਾਂ ਉਹ ਕਹਿੰਦੇ ਆ ਕਿ ਇਹਦੇ ਨਾਲ ਤਾਂ ਸੋਲਵ ਹੀ ਨਹੀਂ ਹੋ ਸਕਦਾ। ਕਿਉਂ? ਕਿਉਂਕਿ ਉਹਦਾ ਫੇਸ ਕੀ ਸੀਗਾ ਕਿ ਸਪਲਾਈ ਕ੍ਰੀਏਟਸ ਇਟਸ ਔਨ ਡਿਮਾਂਡ, ਤੇ ਉੱਥੇ ਮੰਦੀ ਹੈ। ਉਹ ਕਹਿੰਦੇ ਆ ਕਿ ਪਿਛਲੇ 10 ਸਾਲਾਂ ਤੋਂ ਮੰਦੀ ਹੈ। ਇਫ ਦਿਸ ਮੈਜਿਕ ਵਰਡ ਵਰਕਸ ਤਾਂ ਹੋਣਾ ਕੀ ਚਾਹੀਦਾ ਸੀਗਾ ਕਿ ਫਿਰ ਤਾਂ ਸਾਰੇ ਹੁਣ ਤੱਕ ਜਿਹੜੀ ਹੈ ਡਿਮਾਂਡ ਪੂਰੀ ਹੋ ਜਾਣੀ ਚਾਹੀਦੀ ਸੀ, ਔਰ ਜਿਹੜਾ ਸਾਰੀਆਂ ਚੀਜ਼ਾਂ ਜਿੰਨੀਆਂ ਬਣਾਈਆਂ ਵਿਕ ਜਾਣੀਆਂ ਚਾਹੀਦੀਆਂ। ਵਾਈ ਵੀ ਆਰ ਫੇਸਿੰਗ ਦੈਟ ਰਿਸੈਸ਼ਨ, ਦੈਟ ਮੀਨ ਇਟ ਇਜ਼ ਅ ਇਨਕੰਪਲੀਟ ਥਿਊਰੀ। ਤਾਂ ਉਹ ਕਹਿੰਦੇ ਆ ਕਿ ਇਹਨੂੰ ਕਿਵੇਂ ਰਿਜ਼ੋਲਵ ਕੀਤਾ ਜਾ ਸਕਦਾ। ਫਿਰ ਉਹ ਨਵੀਂ ਇਕਨੋਮਿਕਸ ਲੈ ਕੇ ਆਉਂਦੇ ਆ, ਉਹ ਲਿਖਦੇ ਆ ਉਸ ਕੁਐਸਚਨ ਦੇ ਆਨਸਰ ਲਿਖਦੇ ਆ ਕਿ ਵੀ ਹੈਵ ਨੀਡ ਟੂ ਸ਼ਿਫਟ ਅਵਰ ਦੈਟ ਫੋਕਸ ਫਰੋਮ that there be no interference of government in that economy and there be a free legal policy। ਉਹ ਕਹਿੰਦੇ ਆ ਕਿ we have to intervene in the economy, government has to take that prime role in pump priming। ਤਾਂ ਉਹ ਨਵੀਂ ਇਕਨੋਮਿਕਸ ਦਿੰਦੇ ਆ ਜਿਹਨੂੰ ਅਸੀਂ ਬਾਅਦ ਚ ਡਿਵੈਲਪਮੈਂਟਲ ਇਕਨੋਮਿਕਸ ਵੀ ਕਹਿੰਦੇ ਆ। ਪੰਪ ਪ੍ਰਾਈਮਿੰਗ ਦੀ ਥਿਊਰੀ ਲੈ ਕੇ ਆਉਂਦੇ ਆ, ਲਿਖ ਦਿੰਦੇ ਆ ਉਹ ਸਾਰੀ ਥਿਊਰੀ। ਹੁਣ ਕਿਤੇ ਨਹੀਂ ਹੈ, ਉਹ ਆਪਣੇ ਕੋਲੋਂ ਲਿਖ ਰਿਹਾ ਹੈ, ਓਪਨ ਬੁੱਕ ਸਿਸਟਮ ਹੈ, ਉਹਨੇ ਲਿਖ ਦਿੱਤੀ ਹੈ, ਔਰ ਐਗਜ਼ਾਮੀਨਰ ਨੇ ਉਹ ਪੜ੍ਹੀ ਨਹੀਂ ਹੈ, ਐਗਜ਼ਾਮੀਨਰ ਉਸ ਨੂੰ ਫੇਲ ਕਰ ਦਿੰਦਾ। ਜਦੋਂ ਐਗਜ਼ਾਮੀਨਰ ਉਸ ਨੂੰ ਫੇਲ ਕਰਦਾ ਹੈ ਤਾਂ ਉਹ ਪਰਸਨ ਕੀ ਕਰਦਾ ਹੈ, ਉਹ
ਉਸ ਦੇ ਅਗੇਂਸਟ ਉਹਨਾਂ ਦੀ ਜਿਹੜੀ ਯੂਨੀਵਰਸਿਟੀ ਦੀ ਬੋਰਡ ਹੈ, ਇੱਕ ਰਿਵਿਊ ਬੋਰਡ, ਉੱਥੇ ਅਪੀਲ ਕਰ ਦਿੰਦਾ ਤੇ ਉੱਥੇ ਉਹਦੀ ਹੀਅਰਿੰਗ ਹੁੰਦੀ ਹੈ ਤੇ ਉੱਥੇ ਜਿਹੜਾ ਬੋਰਡ ਹੈ ਉਹ ਵੀ ਬੜੇ ਐਕਸਪਰਟ ਇਕਨੋਮਿਸਟ ਹੈ, ਉਹ ਵੀ ਉਸ ਜਿਹੜਾ ਟੈਕਸਟ ਹੈ ਜਾਂ ਮੈਨੂਸਕ੍ਰਿਪਟ ਹੈ ਉਸ ਨੂੰ ਸਟੱਡੀ ਕਰਦਾ ਤੇ ਉਸ ਤੋਂ ਬਾਅਦ ਉਹਨਾਂ ਦਾ ਵੀ ਓਪੀਨੀਅਨ ਇਹ ਹੈ ਕਿ nothing is that this type of that knowledge exists in that domain of economics, how you could write it. ਤਾਂ ਉਹ ਫਿਰ ਉੱਥੇ ਕੇਨਜ਼ ਕਹਿੰਦਾ ਹੈ ਕਿ ਲੈਟ ਮੀ ਐਕਸਪਲੇਨ ਮਾਈ ਥਿਊਰੀ, ਤਾਂ ਉਹ ਐਕਸਪਲੇਨ ਕਰਦੇ ਆ ਥਿਊਰੀ ਆਪਣੀ ਤੇ ਉਸ ਤੋਂ ਬਾਅਦ ਉਹ ਉਸ ਤੇ ਸਾਰੇ ਐਗਰੀ ਕਰ। ਗ੍ਰੈਜੂਏਸ਼ਨ ਹਾਲੇ ਕੀਤੀ ਨਹੀਂ ਹੈ, ਗ੍ਰੈਜੂਏਸ਼ਨ ਉਸ ਐਗਜ਼ਾਮ ਦੇ ਕਲੀਅਰ ਹੋਣ ਤੋਂ ਬਾਅਦ ਉਹ ਗ੍ਰੈਜੂਏਟ ਹੋਣੇ ਆ, ਫਿਰ ਉਹ ਗ੍ਰੈਜੂਏਸ਼ਨ ਉਹਨਾਂ ਨੂੰ ਡਿਸਟਿੰਕਸ਼ਨ ਨਾਲ ਡਿਗਰੀ ਅਵਾਰਡ ਕੀਤੀ ਜਾਂਦੀ ਹੈ ਔਰ ਉਹ ਨਵੀਂ ਪੰਪ ਪ੍ਰਾਈਮਿੰਗ ਪਾਲਿਸੀ ਜਿਹੜਾ ਹੈ ਪੂਰਾ ਯੂਰਪ ਅਡਾਪਟ ਕਰਦਾ ਹੈ, ਜਿਹਦੇ ਵਿੱਚੋਂ ਅਮਰੀਕਾ ਜਿਹੜਾ ਵਰਲਡ ਪਾਵਰ ਬਣ ਕੇ ਨਿਕਲਦਾ ਹੈ। ਔਰ ਕਿ ਓਪਨ ਬੁੱਕ ਸਿਸਟਮ ਉਸੇ ਕ੍ਰਿਟੀਕਲ ਇਵੈਲੂਏਸ਼ਨ ਦੀ ਗੱਲ ਕਰਦਾ ਹੈ ਜਿਹੜੀ ਐਗਜ਼ਿਸਟ ਨਹੀਂ ਕਰਦੀ, ਜਿਹੜੀ ਬੱਚਾ ਲਿਖ ਸਕਦਾ ਹੈ। ਤਾਂ ਇਨੀ ਤੁਸੀਂ ਜੇ ਤੁਹਾਨੂੰ ਪਤਾ ਹੋਵੇ 1932 ਦੇ ਵਿੱਚ ਜਦੋਂ ਫਿਰ ਡਿਗਰੀ ਅਵਾਰਡ ਹੋ ਜਾਂਦੀ ਹੈ ਔਰ ਉਸ ਤੋਂ ਬਾਅਦ ਕਾਫੀ ਪਪੂਲਰ ਹੋ ਜਾਂਦੇ ਕੇਨਜ਼, ਔਰ ਕੇਨਜ਼ ਦੀ ਜਿਹੜੀ ਹੈ ਪਾਲਿਸੀ ਦੇ ਉੱਪਰ ਕੰਮ ਕਰਕੇ ਅਮਰੀਕਾ ਜਿਹੜਾ ਹੈ 200 ਸਾਲ ਦਾ ਇੱਕ ਰੋਡ ਮੈਪ ਪਲਾਨ ਬਣਾਉਂਦਾ, ਜਿਹਦੇ ਵਿੱਚ 200 ਸਾਲ ਦੇ ਲਈ ਸੜਕਾਂ ਬਣਾਉਣੀਆਂ ਹੁੰਦੀਆਂ, 200 ਸਾਲ ਲਈ ਸ਼ਹਿਰਾਂ ਦੀ ਜਿਹੜੇ ਆਰਕੀਟੈਕਚਰ ਡਿਵੈਲਪ ਕਰਨਾ ਹੁੰਦਾ ਔਰ ਉੱਥੇ ਰੈਜ਼ੀਡੈਂਸ਼ੀਅਲ ਏਰੀਆ ਤੇ ਬਾਕੀ ਸਾਰੀਆਂ ਐਮੈਨਿਟੀਜ਼ ਜਿਹੜੀਆਂ ਨੇ ਉਹ ਦੇਣੀਆਂ ਹੁੰਦੀਆਂ। ਤਾਂ ਉਹ 200 ਸਾਲ ਦੀ ਪਲਾਨਿੰਗ ਦੇ ਨਾਲ, ਸੀਵਰੇਜ 200 ਸਾਲ ਦੀ ਪਲਾਨਿੰਗ ਦੇ ਨਾਲ ਇਨਵੈਸਟਮੈਂਟਸ ਕਰਦੇ ਆ ਔਰ ਜਿੰਨੀ ਉਹ ਇਨਵੈਸਟਮੈਂਟ ਕਰਦੇ ਆ ਉਹ ਇਨਵੈਸਟਮੈਂਟ ਲੋਕਾਂ ਦੀ ਆਮਦਨ ਬਣਦੀ ਹੈ ਤੇ ਲੋਕ ਡਿਮਾਂਡ ਕਰਨਾ ਸ਼ੁਰੂ ਕਰਦੇ ਆ ਤੇ ਜਿਹੜਾ ਇਕਨੋਮਿਕ ਸਾਈਕਲ ਹੈ ਉਹ ਰੀਸਟੈਬਲਿਸ਼ ਹੋ ਜਾਂਦਾ ਤੇ ਉਸ ਤੋਂ ਬਾਅਦ ਫਿਰ ਉਹ ਜਿਵੇਂ ਹੀ ਉਹ ਦੁਬਾਰਾ ਇਕਨੋਮਿਕ ਪ੍ਰੋਸੈਸ ਸ਼ੁਰੂ ਹੁੰਦਾ ਤਾਂ ਸਭ ਤੋਂ ਜ਼ਿਆਦਾ ਡਿਮਾਂਡ ਜਿਹੜੀ ਹੈ ਯੂਰਪ 'ਚ ਪੈਦਾ ਹੁੰਦੀ ਹੈ ਤੇ ਉਸ ਤੋਂ ਬਾਅਦ ਫਿਰ ਉਹ ਇਕਨੋਮੀ ਜਿਹੜੀਆਂ ਨੇ ਉਹ ਮੂਵ ਕਰਨਾ ਸ਼ੁਰੂ ਕਰਦੀਆਂ ਤੇ 1932 'ਚ ਇਸੇ ਥਿਊਰੀ ਨੂੰ ਉਹ ਆਪਣੀ ਬੁੱਕ 'ਚ ਲਿਖਦੇ ਆ ਜਿਹੜੀ ਬਹੁਤ, ਜਿਸ ਨੂੰ ਅਸੀਂ ਜਨਰਲ ਥਿਊਰੀ ਕਹਿੰਦੇ ਆ। 1930 ਜਾਂਦੀ ਹੈ ਜਨਰਲ ਥਿਊਰੀ ਆਫ ਐਮਪਲੋਇਮੈਂਟ, ਇੰਟਰਸਟ ਐਂਡ ਮਨੀ। ਤੁਸੀਂ ਇਕਨੋਮਿਕਸ ਦੀ ਜੇ ਬੁੱਕ ਦੇਖੋ ਉਹ ਡਾਕਟਰ ਕੇਨਜ਼ ਦੀ, ਤਾਂ ਉਹ 1932 'ਚ ਛਪਦੀ, ਤਾਂ ਉਹਨੂੰ ਅਸੀਂ ਗੀਤਾ ਆਫ ਇਕਨੋਮਿਕਸ ਆਖਦੇ ਹਾਂ ਕਿਉਂਕਿ ਉਹ ਅੱਜ ਵੀ ਜਦੋਂ ਮਾਡਰਨ ਇਕਨੋਮਿਕਸ ਜਾਂ ਲਿਬਰਲਾਈਜੇਸ਼ਨ ਦੀਆਂ ਪਾਲਿਸੀ ਕਲੈਸ਼ ਹੋ ਗਈਆਂ ਹੁਣ ਫਿਰ ਅਸੀਂ ਕਹਿੰਦੇ ਹਾਂ ਦੇयर इज अ ਨੀਡ ਟੂ ਰਿਵਾਈਵ ਦਾ ਕੇਨਜ਼ੀਅਨ ਇਕਨੋਮਿਕਸ, ਅਸੀਂ ਉਸ ਨੂੰ ਰਿਵਾਈਵ ਕਰਨਾ ਚਾਹੁੰਦੇ ਹਾਂ। ਤਾਂ ਇਹ ਇਸ ਤਰ੍ਹਾਂ ਦੀ ਗੱਲ ਇਹਦੇ ਵਿੱਚ ਹੋ ਰਹੀ ਹੈ। ਅਗਲੀ ਗੱਲ ਜਿਹੜੀ ਇਹਦੇ ਵਿੱਚ ਅਸੀਂ ਕਰਨੀ ਹੈਗੀ ਹੈ ਦੈਟ ਇਜ਼ ਰਿਲੇਟਡ ਟੂ ਕਿ ਇਹਦਾ ਸਟਾਈਲ ਜਿਹੜੇ ਨੇ ਉਹ ਕਿੰਨੇ ਹੁੰਦੇ ਆ। ਸਟਾਈਲ ਦੀ ਗੱਲ ਅਸੀਂ ਇੱਥੇ ਕਰਾਂਗੇ ਤਾਂ ਸਟਰਕਚਰ ਜਿਹਨੂੰ ਅਸੀਂ ਕਹਿੰਦੇ ਹਾਂ ਸਟਾਈਲ ਕੀ ਹੁੰਦਾ ਹੈ। ਸਟਾਈਲਸ ਤਿੰਨ ਤਰ੍ਹਾਂ ਦੇ ਹੋਇਆ ਕਰਦੇ ਆ, ਭਾਵੇਂ ਰਿਸਟ੍ਰਿਕਟਡ ਫਾਰਮ ਲੈ ਲਓ ਭਾਵੇਂ ਅਨਰਿਸਟ੍ਰਿਕਟਡ ਫਾਰਮ ਲੈ ਲਓ। ਇੱਕ ਤਾਂ ਇਹ ਹੁੰਦਾ ਕਿ ਸਟੂਡੈਂਟ ਨੂੰ ਰਿਸੋਰਸ ਐਗਜ਼ਾਮੀਨੇਸ਼ਨ ਹਾਲ 'ਚ ਲੈ ਕੇ ਜਾਣ ਨੂੰ ਅਲਾਉ ਕਰ ਦਿਓ, ਠੀਕ ਹੈ, ਐਗਜ਼ਾਮੀਨੇਸ਼ਨ ਹਾਲ 'ਚ ਜਾਣ ਦੀ ਅਲਾਉ ਕਰ ਦਿਓ ਔਰ ਸਟੂਡੈਂਟ ਐਗਜ਼ਾਮੀਨੇਸ਼ਨ ਹਾਲ ਦੇ ਵਿੱਚ ਆਪਣੇ ਰਿਸੋਰਸਿਸ ਨੂੰ ਕੰਸਲਟ ਕਰਕੇ ਤੁਹਾਡੇ ਸਾਹਮਣੇ ਬੈਠ ਕੇ ਰਿਸਪੌਂਡ ਕਰੇਗਾ। ਇੱਕ ਇਹ ਸਟਾਈਲ ਹੈ। ਅਗਲਾ ਸਟਾਈਲ ਇਹਦੇ ਵਿੱਚ ਹੁੰਦਾ ਹੈ ਕਿ ਕੁਐਸਚਨ ਇਨ ਪ੍ਰਿਓਰ ਦੇ ਦਿਓ ਬੱਚੇ ਨੂੰ ਕਿ ਅਗਲੇ 10 ਦਿਨਾਂ 'ਚ ਤੁਸੀਂ ਇਸ ਦਾ ਆਨਸਰ ਲੱਭ ਕੇ ਲੈ ਕੇ ਆਉਣਾ, ਜੋ ਮਰਜ਼ੀ ਕਰੋ, ਜਿੱਥੋਂ ਮਰਜ਼ੀ ਸਰਚ ਕਰੋ। ਤਾਂ ਇਹ ਵੀ ਇੱਕ ਸਟਾਈਲ ਹੈ। ਇੱਕ ਸਟਾਈਲ ਹੈ ਜਿਹੜਾ ਟੇਕ ਹੋਮ ਐਗਜ਼ਾਮ। ਟੇਕ ਹੋਮ ਐਗਜ਼ਾਮ ਫਾਰਮੈਟ ਕੀ ਹੈ ਤੁਸੀਂ ਦੇਖਿਆ ਹੀ ਹੈ। ਟੇਕ ਹੋਮ ਐਗਜ਼ਾਮ ਫਾਰਮੈਟ ਦੇ ਵਿੱਚ ਅਸੀਂ ਉਹਦੇ ਵਿੱਚ ਤੁਹਾਨੂੰ ਕੁਐਸਚਨ ਪੇਪਰ ਦੇ ਦਿੱਤਾ ਜਾਂਦਾ ਤੇ ਤੁਸੀਂ ਘਰ 'ਚ ਬੈਠ ਕੇ ਉਹ ਕੁਐਸਚਨ ਪੇਪਰ ਲੈ ਜਾਂਦੇ ਹੋ, ਘਰ 'ਚ ਬੈਠ ਕੇ ਆਪਣੀ ਕਨਵੀਨੀਅੰਸ ਦੇ ਨਾਲ ਕੋਈ ਵੀ ਰਿਸੋਰਸ ਕੰਸਲਟ ਕਰਕੇ ਲਿਖਦੇ ਹੋ ਔਰ ਉਸ ਤੋਂ ਬਾਅਦ ਜਿਹੜਾ ਇਹ ਵਿਦਿਨ ਟਾਈਮ ਫਰੇਮ ਤੁਹਾਨੂੰ 1 ਘੰਟਾ ਜਾਂ 2 ਘੰਟਾ ਦਿੱਤਾ ਜਾਂਦਾ। ਜਿਵੇਂ ਅੱਜ ਕੱਲ੍ਹ ਤਾਂ ਹੁਣ ਆਨਲਾਈਨ ਅਪਲੋਡ ਕਰਨ ਦੀ ਫੈਸਿਲਿਟੀ ਦੇ ਦਿੱਤੀ ਗਈ ਹੈ। ਅਦਰਵਾਈਜ਼ ਇਹ ਕਿਹਾ ਜਾਂਦਾ ਸੀ ਕਿ ਤੁਸੀਂ ਉਹ ਜਿੰਨਾ 3 ਘੰਟੇ ਪੂਰੇ ਹੋ ਜਾਣਗੇ ਉਸ ਤੋਂ ਅਗਲੇ 2 ਘੰਟਿਆਂ ਦੇ ਵਿੱਚ ਤੁਸੀਂ ਐਗਜ਼ਾਮੀਨੇਸ਼ਨ ਜਿਹੜਾ ਹੈ ਆਨਸਰ ਸ਼ੀਟ ਹੈ ਉਹ ਤੁਸੀਂ ਆਪਣੀ ਇੰਸਟੀਟਿਊਟ ਨੂੰ ਵਾਪਸ ਕਰੋ। ਤਾਂ ਸਿਮਿਲਰ ਪੈਟਰਨ ਇਹ ਤੁਸੀਂ ਦੇਖਿਆ ਹੀ ਹੈ, ਤੁਸੀਂ ਇੰਜੋਏ ਕੀਤਾ ਹੈਗਾ। ਤਾਂ ਇਹ 3 ਤਰ੍ਹਾਂ ਦੇ ਜਿਹੜੇ ਹੈਗੇ ਆ ਇਹਦੇ ਵਿੱਚ ਸਟਾਈਲ ਅਡਾਪਟ ਕੀਤੇ ਜਾਂਦੇ ਆ। ਟਾਈਪਸ ਆਫ ਸਟਾਈਲ 'ਚ ਫਰਕ ਪਤਾ ਲੱਗਾ। ਅਨਰਿਸਟ੍ਰਿਕਟਡ ਸਟਾਈਲ ਅਸੀਂ ਟਾਈਪ ਜਿਹੜੀ ਹੈ ਉਹ ਚੂਜ਼ ਕਰਦੇ ਹਾਂ। ਅਨਰਿਸਟ੍ਰਿਕਟਡ ਦਾ ਮਤਲਬ ਅਸੀਂ ਸੋਰਸਿਸ ਅਲਾਉ ਕਰ ਦਿੱਤੇ। ਹੁਣ ਸੋਰਸਿਸ ਕਿਵੇਂ ਅਲਾਉ ਕਰਨੇ ਆ ਕਿ ਉਹਨੂੰ ਐਗਜ਼ਾਮੀਨੇਸ਼ਨ 'ਚ ਹਾਲ 'ਚ ਬਿਠਾਉਣਾ ਜਾਂ ਉਹਨੂੰ ਪਹਿਲਾਂ ਦੇ ਦੇਣਾ ਉਹ ਜਦੋਂ ਮਰਜ਼ੀ ਕਰ ਲਵੇ ਜਾਂ ਉਹ ਐਗਜ਼ਾਮ ਘਰ ਲਿਜਾ ਕੇ ਉੱਥੇ ਕੰਸਲਟ ਕਰੇ, ਕਿਵੇਂ ਕਰੇ। ਤਾਂ ਤਿੰਨੋਂ 'ਚ ਕੋਈ ਵੀ ਸਟਾਈਲ ਅਡਾਪਟ ਕਰ ਸਕਦੇ ਆ। ਇਸ ਵਾਰ ਪੰਜਾਬ ਯੂਨੀਵਰਸਿਟੀ ਨੇ ਜਿਹੜਾ ਹੈ ਲਾਸਟ ਵਾਲਾ ਟੇਕ ਹੋਮ ਫਾਰਮੈਟ ਜਿਹੜਾ ਹੈ ਉਸ ਨੂੰ ਅਡਾਪਟ ਕੀਤਾ ਹੈ, ਠੀਕ ਹੈ। ਤਾਂ ਇਸ ਤਰ੍ਹਾਂ ਨਾਲ ਸਾਡੇ ਕੋਲ ਇੱਕ ਇਹ ਸਟਾਈਲ ਆਉਂਦਾ ਹੈ। ਹੁਣ ਅਸੀਂ ਗੱਲ ਕਰਦੇ ਹਾਂ ਕਿ ਇਹਨਾਂ ਦੇ ਬੈਨੀਫਿਟ ਜਿਹੜੇ ਹੈਗੇ ਆ ਜਾਂ ਇਹਨਾਂ ਦੇ ਆਬਜੈਕਟਿਵ ਪਹਿਲਾਂ ਉਹ ਕੀ ਨੇ। ਆਬਜੈਕਟਿਵ ਇਹਦੇ ਵਿੱਚ ਕੁਝ ਸਕਿੱਲ ਡਿਵੈਲਪਮੈਂਟ ਹੈ, ਕੁਝ ਐਬਿਲਿਟੀ ਬਿਲਡਿੰਗ ਹੈ। 2 ਆਬਜੈਕਟਿਵ ਨੇ ਇਹਦੇ ਵਿੱਚ। ਨੌਲੇਜ ਅੰਡਰਸਟੈਂਡਿੰਗ ਐਪਲੀਕੇਸ਼ਨ ਉਹ ਨਹੀਂ ਹੈ। ਇਹਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਕਿ ਨੌਲੇਜ ਅੰਡਰਸਟੈਂਡਿੰਗ ਤਾਂ ਬਿਲਕੁਲ ਵੀ ਨਹੀਂ ਹੈ। ਹਾਲੇ ਐਪਲੀਕੇਸ਼ਨ ਨੂੰ ਫਿਰ ਵੀ ਅਸੀਂ ਕੰਸੀਡਰ ਕਰਦੇ ਹਾਂ ਕਿ ਇਟ ਇਜ਼ ਅ ਪਾਰਟ ਆਫ ਦੈਟ ਓਪਨ ਬੁੱਕ ਐਗਜ਼ਾਮੀਨੇਸ਼ਨ।
ਅਬਿਲਿਟੀ ਐਂਡ ਸਕਿੱਲਸ ਦੀ ਗੱਲ ਹੈ। ਅਬਿਲਿਟੀ ਔਰ ਸਕਿੱਲ ਦਾ ਮਤਲਬ ਹੈ ਕਿ ਇੱਕ ਤਾਂ ਕੰਪੀਟੈਂਸ ਟੂ ਹਾਊ ਟੂ ਰੈਫਰ ਦਾ ਟੈਕਸਟ ਰਿਸੋਰਸਸ। ਪਹਿਲਾਂ ਤਾਂ ਇਹ ਕਿ ਜੇ ਤੁਹਾਨੂੰ ਇਮੀਡੀਏਟ ਕੋਈ ਕੰਸਲਟ ਕਰਨਾ ਹੋਵੇ ਤਾਂ ਹਾਊ ਟੂ ਮੇਕ ਦੈਟ ਅਰੇਂਜਮੈਂਟ। ਅਸੀਂ ਕਹਿੰਦੇ ਹਾਂ ਕਿ ਰੈਫਰੈਂਸ ਬੁੱਕ ਹੈ, ਠੀਕ ਹੈ, ਉਹਦੇ ਵਿੱਚ ਫਲੈਗ ਲਗਾ ਕੇ ਤੇ ਅਸੀਂ ਉਹਦੇ ਤੇ ਮਾਰਕ ਕਰ ਲੈਂਦੇ ਹਾਂ ਕਿ ਇੰਨੇ ਤੋਂ ਇੰਨੇ ਪੇਜ ਤੇ ਆ ਸੀਰੀ ਹੈ, ਇੰਨੇ ਤੋਂ ਇੰਨੇ ਪੇਜ ਤੇ ਆ ਸੀਰੀ ਹੈ। ਤੇ ਜੇ ਤੁਹਾਨੂੰ ਇਮੀਡੀਏਟ ਤੁਹਾਨੂੰ ਲੱਗਦਾ ਹੋਵੇ ਕਿ ਕੇਂਜੀਅਨ ਲਾਅ ਆਫ ਇਕਨੋਮਿਕਸ ਜਿਹੜਾ ਹੈ ਇੰਪਲੀਮੈਂਟ ਕਰਨਾ ਹੈ, ਤਾਂ ਉਹ ਜੇ ਤੁਸੀਂ ਸਾਰੀ ਬੁੱਕ ਖੋਲ ਕੇ ਲੱਭਣ ਦੀ ਕੋਸ਼ਿਸ਼ ਕਰੋ ਸ਼ਾਇਦ ਨਾ ਮਿਲੇ। ਜੇ ਤੁਸੀਂ ਉੱਤੇ ਫਲੈਗ ਲਗਾਇਆ ਕਿ ਇੰਨੇ ਨੰਬਰ ਪੇਜ ਤੇ, ਤੁਸੀਂ ਉਹ ਪੇਜ ਤੋਂ ਫੋਟ ਦੇਖਦੇ ਹੋ ਕਿ ਕਿੱਥੇ ਇਕਨੋਮਿਕਸ ਤਾਂ ਉਹੀ ਬੁੱਕ ਖੋਲ ਕੇ ਕੰਸਲਟ ਕਰ ਲੈਂਦੇ ਹੋ, ਉਹੀ ਪੇਜ ਖੋਲ ਕੇ ਕੰਸਲਟ ਕਰ ਲੈਂਦੇ ਹੋ। ਤਾਂ ਇੱਕ ਤਾਂ ਇਹ ਹੈ ਕਿ ਤੁਹਾਨੂੰ ਪਰਟੀਕੂਲਰ ਬੁੱਕ ਦਾ ਪਤਾ ਲੱਗ ਜਾਂਦਾ ਕਿ ਕਿਹੜੀ ਹੈ ਤੇ ਦੂਸਰਾ ਹੈ ਕਿ ਕਿੰਨੇ ਪੇਜ 'ਤੇ ਹੈ, ਤਾਂ ਤੁਸੀਂ ਉਹ ਤੁਹਾਡਾ ਟਾਈਮ ਸੇਵ ਹੋ ਜਾਂਦਾ ਕਿ ਉਹ ਸਕਿੱਲ ਡਿਵੈਲਪ ਕਰਨੀ ਹੈ। ਇੱਕ ਹੈ ਕਿ ਸੈਲਫ ਸਟੱਡੀ ਹੈਬਿਟਸ। ਹੁਣ ਜੇ ਤੁਸੀਂ ਫਲੈਗ ਲਗਾਉਣਾ ਹੈ ਕਿ ਕਿਸ ਬੁੱਕ ਕਿਹੜੀ ਥਿਊਰੀ ਹੈ, ਤਾਂ ਇਹਦਾ ਮਤਲਬ ਬੁੱਕ ਪਹਿਲਾਂ ਪੜ੍ਹਨੀ ਪਏਗੀ। ਤਾਂ ਇੱਥੇ ਹੁਣ ਟੀਚਰ ਦੀ ਰਿਸਪੌਂਸਿਬਿਲਿਟੀ ਖਤਮ ਹੋਊਗੀ, ਤੁਸੀਂ ਆਪ ਹੀ ਪੜ੍ਹੋਗੇ, ਆਪਣੇ ਐਫਰਟਸ ਨਾਲ ਪੜ੍ਹੋਗੇ। ਤਾਂ ਇਹਦੇ ਵਿੱਚ ਇਹ ਵੀ ਹੈ ਕਿ ਸੈਲਫ ਸਟੱਡੀ ਹੈਬਿਟਸ। ਤਾਂ ਤੁਸੀਂ ਫਲੈਗ ਲਗਾਉਣ ਦੇ ਲਈ ਤੁਹਾਨੂੰ ਸਾਰੇ ਸੋਰਸਿਸ ਪਹਿਲਾਂ ਆਪ ਪੜ੍ਹ ਕੇ ਉਹਨਾਂ ਦੇ ਸ਼ੋਰਟ ਨੋਟ ਤਿਆਰ ਕਰਕੇ ਔਰ ਉਹਨਾਂ ਦੇ ਫਲੈਗ ਬਣਾਉਣੇ ਪੈਣਗੇ ਤਾਂ ਕਿ ਤੁਸੀਂ ਉਹਨੂੰ ਪੇਸਟ ਕਰ ਸਕੋ, ਜਿਹਨੂੰ ਸਟਿਕ ਪੇਸਟਿੰਗ ਕਹਿੰਦੇ। ਤਾਂ ਅਗਲੀ ਗੱਲ ਹੈ ਕਿ ਅਸੀਂ ਇਹ ਵੀ ਕਹਿੰਦੇ ਹਾਂ ਕਿ ਜਿਹੜਾ ਚਰਨ ਆਊਟ ਕਰਨਾ ਹੈ, ਜਿਹਨੂੰ ਕੱਲ ਆਊਟ ਆਖਦੇ ਹਾਂ। ਚਰਨ ਆਊਟ ਸੁਣਿਆ ਕਦੇ? ਚਰਨਿੰਗ ਸੁਣਿਆ? ਚਰਨਿੰਗ ਕਿ ਨਹੀਂ? ਕੋਈ ਸ਼ਬਦ ਸੁਣਿਆ? ਰੇੜਕਣਾ, ਦੁੱਧ ਰੇੜਕਣਾ। यस सर। ਕੀ ਹੁੰਦਾ? सर उसको गोल गोल घुमाते हैं। ਹਾਂ ਮਧਾਣੀ ਦੇ ਨਾਲ ਉਸ ਨੂੰ ਰਾਉਂਡ ਰਾਉਂਡ ਜਿਹੜਾ ਹੈ ਮੂਵ ਕਰਨਾ ਹੁੰਦਾ ਹੈ ਤਾਂ ਕਿ ਉਹ ਅਸੀਂ ਉਹਨੂੰ ਸੈਂਟਰੀਫਿਊਗਲ ਫੋਰਸ ਦਿੰਦੇ ਹਾਂ ਤਾਂ ਕਿ ਉਹਦੇ ਵਿੱਚੋਂ ਜਿਹੜੀ ਕਰੀਮ ਹੈ ਉਹ ਸੈਪਰੇਟ ਹੋ ਜਾਵੇ, ਜਿਸ ਨੂੰ ਬਾਅਦ 'ਚ ਅਸੀਂ ਮੱਖਣ ਆਖਦੇ ਹਾਂ, ਉਤਾਰ ਲੈਂਦੇ ਹਾਂ। ਤਾਂ ਸਾਡੀਆਂ ਦਾਦੀਆਂ ਜਿਹੜੀਆਂ ਤਾਈਆਂ ਚਾਚੀਆਂ ਔਰ ਮੇਰੇ ਮਦਰ ਤੱਕ ਵੀ ਉਹ ਆਪਣੇ ਹੱਥ ਨਾਲ ਮਧਾਣੀ ਲਿਖਦੇ ਰਹੇ। ਤਾਂ ਉਹ ਕਹਿੰਦੇ ਆ ਕਿ ਕੱਲ ਇਹ ਚਰਨ ਆਊਟ ਕਰਨਾ ਹੈ। ਇਹਦਾ ਮਤਲਬ ਕੀ ਹੈ? ਚਰਨ ਆਊਟ ਆਪਾਂ ਐਜੂਕੇਸ਼ਨ ਦੀ ਕਿਸ ਕੰਟੈਕਸਟ ਵਰਤ ਸਕਦੇ ਹਾਂ? ਗੁਰੀਸ਼ਾ सर जो मेन इम्पोर्टेंट मटेरियल है उसको साइड पे रखना। ਚਰਨ ਆਊਟ ਮਤਲਬ ਕਰਨਾ ਕੀ ਹੁੰਦਾ ਹੈ ਕਿ ਅਸੀਂ ਕਹਿੰਦੇ ਹਾਂ ਕਿ ਸਾਰੇ ਨੂੰ ਹਿਲਾ ਕੇ ਉਹਦੇ ਚੋਂ ਇੰਪੋਰਟੈਂਟ ਨਿਕਾਲ ਲੈਣਾ। ਇਹਦਾ ਮਤਲਬ ਹੈ ਸਾਰਾ ਪੜ੍ਹੇਗਾ ਬੱਚਾ, ਠੀਕ ਹੈ ਨਾ, ਪਰ ਸਾਰਾ ਯੂਜ਼ਫੁਲ ਨਹੀਂ ਹੋਏਗਾ। ਉਹ ਇੰਪੋਰਟੈਂਟ ਦੇ ਨੋਟਸ ਵੱਖਰੇ ਤਿਆਰ ਕਰੇਗਾ। ਤਾਂ ਚਰਨ ਆਊਟ ਕਰਨ ਦੇ ਲਈ ਜਿਵੇਂ ਅਸੀਂ ਕਹਿੰਦੇ ਹਾਂ ਕਿ 10 ਲੀਟਰ ਦੁੱਧ 'ਚ ਮਧਾਣੀ ਪਾਉਂਦੇ ਹਾਂ ਤੇ 1 ਕਿਲੋ ਮੱਖਣ ਨਿਕਲਦਾ। ਇਹਦਾ ਮਤਲਬ ਹੈ 10 ਲੀਟਰ ਜਿਹੜਾ ਹੈ ਬਹੁਤ ਵੱਡਾ ਸਟੱਫ ਸੀਗਾ, ਉਹਨੂੰ ਹਿਲਾਇਆ ਔਰ ਉਹਦੇ 'ਚੋਂ ਆਪਾਂ ਨੇ ਇੰਪੋਰਟੈਂਟ ਚੀਜ਼ ਨਿਕਾਲ ਲਈ ਜਿਹੜੀ ਬਹੁਤ ਵੈਲਿਊਏਬਲ ਹੈ, ਜਿਹੜੀ ਵਰਤੀ ਹੈ, ਉਹ ਵਰਦੀ ਹੈ, ਉਹ ਕੀ ਹੈ? ਉਹ ਸਾਡਾ ਜਿਹੜਾ ਹੈ ਕੀ ਹੈ ਜਾਂ ਮੱਖਣ ਹੈ। ਤਾਂ ਅਸੀਂ ਉਹ ਨਿਕਾਲ ਲਿਆ। ਤਾਂ ਇਸੇ ਤਰ੍ਹਾਂ ਸਾਨੂੰ ਪੂਰੀ ਬੁੱਕ ਨੂੰ ਚਰਨ ਆਊਟ ਕਰਨਾ ਪਏਗਾ। ਟੂ ਕਾਲ ਆਊਟ, ਕਾਲ ਆਊਟ ਸ਼ਬਦ ਹੈ। ਕਾਲ ਆਊਟ ਦਾ ਕੀ ਮਤਲਬ ਹੈ? ਕਾਲ ਆਊਟ ਦਾ ਕੀ ਮਤਲਬ ਹੈ? सर सेपरेट करना। ਹਾਂ, ਕਾਲ ਆਊਟ ਸੈਪਰੇਟ ਕਰਨਾ। ਪਤਾ ਕੀ ਹੁੰਦਾ, ਜਦੋਂ ਤੁਸੀਂ ਮਧਾਣੀ ਪਾਉਂਦੇ ਹੋ ਦੁੱਧ ਦੇ ਵਿੱਚ, ਤਾਂ ਜਦੋਂ ਸੈਂਟਰੀਫਿਊਗਲ ਫੋਰਸ ਲੱਗਦੀ ਹੈ ਤਾਂ ਦੁੱਧ ਦੇ ਉੱਪਰ ਇੱਕ ਵੱਡੀ ਕਰੀਮ ਦੀ ਲੇਅਰ ਬਣਦੀ ਹੈ, ਮੱਖਣ ਦੀ ਲੇਅਰ ਬਣਦੀ ਹੈ। ਤਾਂ ਫਿਰ ਜਿਹੜੀਆਂ ਔਰਤਾਂ ਹੁੰਦੀਆਂ ਸੀ ਉਹ ਆਪਣੇ ਹੱਥ ਦੇ ਨਾਲ ਉਹਦੇ ਉੱਪਰੋਂ ਲਿਕਵਿਡ ਦੇ ਉੱਪਰੋਂ ਉਹਨਾਂ ਨੂੰ ਅਲੱਗ ਕਰਦੀਆਂ ਸੀ, ਠੀਕ ਹੈ। ਤਾਂ ਉਹ ਹੈ ਕਿ ਉਹਨੂੰ ਉੱਪਰੋਂ ਹਟਾ ਲੈਣਾ ਜਿਹੜਾ ਇੰਪੋਰਟੈਂਟ ਹੈ। ਤਾਂ ਕਾਲ ਆਊਟ ਕਰਨਾ ਹੋਇਆ। ਤਾਂ ਸਾਨੂੰ ਵੀ ਇੱਥੇ ਜਿਹੜਾ ਹੈ ਕਾਲ ਆਊਟ ਕਰਨਾ ਹੈ। ਤਾਂ ਇਹਦੇ ਵਾਸਤੇ ਸਾਨੂੰ ਕੀ ਕਰਨਾ ਪਏਗਾ? ਪ੍ਰੋਬਲਮ ਸੋਲਵਿੰਗ ਜਿਹੜੀ ਹੈ ਸਕਿੱਲ ਦੇਖਣੀ ਪਏਗੀ ਔਰ ਅਸੀਂ ਉਹਦੇ ਵਿੱਚੋਂ ਕਿਹੜੇ ਇੰਪੋਰਟੈਂਟ ਸੋਰਸਿਸ ਦੇ ਵਿੱਚੋਂ ਕਿਹੜਾ ਇੰਪੋਰਟੈਂਟ ਪੁਆਇੰਟ ਵੱਖਰਾ ਕਰਨਾ ਹੈ ਔਰ ਉਹਨੂੰ ਕਿਵੇਂ ਕਰਨਾ ਹੈ, ਕਿ ਰਿਟਨ ਫਾਰਮ 'ਚ ਕਰਨਾ ਹੈ, ਕਿ ਫਲੈਗ ਲਾ ਕੇ ਕਰਨਾ ਹੈ, ਜਾਂ ਕਿਵੇਂ ਕਰਨਾ ਹੈ। ਉਹ ਸਕਿੱਲ ਵੀ ਅਸੀਂ ਸਿਖਾਉਣੀ ਹੈ ਤਾਂ ਕਿ ਸਾਰੇ ਦੀ ਜਿਹੜੀ ਹੈ ਵੇਸਟੇਜ ਨਾ ਹੋਵੇ। ਜਦੋਂ ਬਹੁਤ ਜਲਦੀ ਹੋਵੋ ਉਦੋਂ ਸਾਰੇ ਦੀ ਵੇਸਟੇਜ ਨਾ ਹੋਵੇ। ਅਗਲੀ ਗੱਲ ਇਹਦੇ ਵਿੱਚ ਹੈ ਮੋਰ ਐਂਡ ਮੋਰ ਟਾਈਮ ਇਨ ਲਾਇਬ੍ਰੇਰੀ। ਅਸੀਂ ਕਹਿੰਦੇ ਹਾਂ ਕਿ ਇੱਕ ਹੈਬਿਟ ਡਿਵੈਲਪ ਕਰਨੀ ਹੈ ਕਿ ਤੁਸੀਂ ਆਪਣੀ ਜਿਹੜੀ ਹੈ ਟਾਈਮ ਜਿਹੜਾ ਹੈ ਵੇਸਟੇਜ ਜਿਹੜਾ ਫੋਨ ਤੇ ਕਰਦੇ ਹੋ, ਜਿਹੜਾ ਸੋਸ਼ਲ ਮੀਡੀਆ ਤੇ ਕਰਦੇ ਹੋ, ਉਸ ਨੂੰ ਅਸੀਂ ਜਿਹੜਾ ਹੈ ਸ਼ਿਫਟ ਕਰ ਦਈਏ। ਤੁਸੀਂ ਆਪਣੀਆਂ ਲਾਇਬ੍ਰੇਰੀਜ਼ ਤੇ ਕਰੋ। ਹੁਣ ਵੀ ਮੈਂ ਦੇਖਦਾ ਵਾਂ ਜਿਹੜੇ ਬੱਚੇ ਟੌਪ ਕਰ ਰਹੇ ਹੈ ਸੈਪਰੇਟ ਮਟੀਰੀਅਲ ਜਿਹੜਾ ਹੈ ਕੰਟੈਂਟ ਮਟੀਰੀਅਲ ਤਿਆਰ ਕੀਤਾ ਹੋਏਗਾ, ਸ਼ਾਰਟ ਨੋਟਸ ਤਿਆਰ ਕੀਤੇ ਹੋਣਗੇ, ਉਹਨਾਂ ਨੂੰ ਕੰਸਲਟ ਕਰਕੇ ਲਿਖਣਗੇ, ਨਾ ਕਿ ਉਹ ਸਿੱਧਾ ਬੁੱਕਸ ਤੋਂ ਲਿਖਣ ਦੀ ਕੋਸ਼ਿਸ਼ ਕਰਨਗੇ। ਤਾਂ ਉਹਦੇ ਨਾਲ ਜਿਹੜਾ ਬੈਨੀਫਿਟ ਹੋਏਗਾ ਉਹ ਇਹ ਹੈ ਕਿ ਟਾਈਮ ਸੇਵਿੰਗ ਹੋਏਗਾ ਔਰ ਬੜਾ ਕੁਆਲਿਟੀ ਜਿਹੜਾ ਹੈ ਪ੍ਰੋਡਕਟ ਉਹ ਬਣੇਗਾ। ਅਗਲੀ ਹੈ ਕੈਪੈਸਿਟੀ ਟੂ ਪ੍ਰੈਜ਼ੈਂਟ ਰੈਲੀਵੈਂਟ ਮਟੀਰੀਅਲ। ਉਹੀ ਜਿਹੜੀ ਮੈਂ ਗੱਲ ਕਰਦਾ ਕਿ ਕੁਆਲਿਟੀ ਮਟੀਰੀਅਲ ਅਸੀਂ ਵੱਖਰਾ ਕਰ ਲਾਂਗੇ। ਔਰ ਇੱਕ ਐਬਿਲਿਟੀ ਹੈ ਕਿ ਸੈਲਫ ਐਕਸਪਲੋਰੇਸ਼ਨ ਐਂਡ ਸੈਲਫ ਐਪਲੀਕੇਸ਼ਨ। ਅਸੀਂ ਆਪਣੇ ਹੈਬਿਟ ਡਿਵੈਲਪ ਕਰਦੇ ਹਾਂ ਕਿ ਅਸੀਂ ਵੱਧ ਤੋਂ ਵੱਧ ਸੋਰਸ ਜਿਹੜੇ ਹੈਗੇ ਉਹਨਾਂ ਨੂੰ ਸਰਚ ਕਰਕੇ ਆਪ ਹੀ ਮਟੀਰੀਅਲ ਜਿਹੜਾ ਹੈ ਐਕਸਪਲੋਰ ਕਰਨਾ ਹੈ।
ਤਾਂ ਉਹ ਇੱਕ ਅੱਛੀ ਹੈਬਿਟ ਜਿਹੜੀ ਹੈ ਉਹ ਬਣ ਜਾਂਦੀ ਹੈ, ਤਾਂ ਉਹ ਵੀ ਤੁਹਾਨੂੰ ਕੰਮ ਦੇਗੀ। ਅਗਲੀ ਗੱਲ ਇਹਦੇ ਵਿੱਚ ਜਿਹੜੀ ਅਸੀਂ ਕਰਾਂਗੇ ਉਹ ਰਿਲੇਟਡ ਟੂ ਹੈ ਕਿ ਓਪਨ ਬੁੱਕ ਕਦੋਂ ਯੂਜ਼ ਕਰਨਾ ਹੁੰਦਾ ਹੈ। ਆਮ ਤੌਰ ਤੇ ਤਾਂ ਇਹ ਕਿਹਾ ਜਾਂਦਾ ਕਿ ਸਾਇੰਸ, ਟੈਕਨੋਲੋਜੀ ਔਰ ਮੈਡੀਕਲ ਸਾਇੰਸ ਜਿੱਥੇ ਲੌਜਿਕ, ਰੀਜ਼ਨਿੰਗ, ਕ੍ਰਿਟੀਕਲ ਇਵੈਲੂਏਸ਼ਨ ਦੀ ਲੋੜ ਪੈਂਦੀ ਹੈ, ਉਹੀ ਇਹ ਸਾਇੰਸਸ ਜਿਹੜੀਆਂ ਨੇ ਉਹੀ ਇਹ ਓਪਨ ਬੁੱਕ ਐਗਜ਼ਾਮੀਨੇਸ਼ਨ ਨਾਲ ਜਾਂਦੀਆਂ ਨੇ, ਤਾਂ ਕਿ ਕ੍ਰਿਟੀਕਲ ਥਿੰਕਿੰਗ, ਰੀਜ਼ਨਿੰਗ ਔਰ ਲੌਜਿਕ ਜਿਹੜੀ ਹੈ ਉਹ ਸਕਿੱਲ ਬੱਚੇ ਦੀ ਜਿਹੜੀ ਹੈ ਉਹ ਕੀਤੀ ਜਾ ਸਕੇ, ਜਾਂ ਜਿੱਥੇ ਪ੍ਰੈਕਟੀਕਲ ਹੈਂਡ ਔਨ ਐਕਸਪੀਰੀਅੰਸ ਹੈ, ਟੈਕਨੋਲੋਜੀ ਹੈ ਜਾਂ ਮੈਡੀਕਲ ਸਾਇੰਸ ਹੈ, ਅਸੀਂ ਉੱਥੇ ਇਸ ਨੂੰ ਯੂਜ਼ ਕਰਦੇ ਹਾਂ। ਠੀਕ ਹੈ, ਤੁਹਾਨੂੰ ਕੋਈ ਨੂਮੈਰੀਕਲ ਪ੍ਰੂਵ ਕਰਨਾ ਹੈ, ਤੁਹਾਨੂੰ ਸਾਰਾ ਮਟੀਰੀਅਲ ਵੀ ਦੇ ਦਿੱਤਾ, ਕਹਿੰਦੇ ਕੰਸਲਟ ਕਰ ਲਓ ਬੁੱਕਸ, ਆ ਨੂਮੈਰੀਕਲ ਫਾਰਮੂਲਾ ਜਿਹੜਾ ਹੈ ਡਿਵੈਲਪ ਕਰਕੇ ਲੈ ਕੇ ਆਓ, ਤਾਂ ਉਹ ਤੁਸੀਂ ਫਿਰ ਮੈਡੀਕਲ ਦਾ ਉਹ ਕੰਪੋਜੀਸ਼ਨ ਕਿਵੇਂ ਬਣਾਉਣੇ। ਜਿਵੇਂ ਅੱਜ ਕੱਲ੍ਹ ਕਰੋਨਾ ਵਾਇਰਸ ਹੋਇਆ ਤਾਂ ਸਾਰੇ ਸਾਇੰਟਿਸਟ ਨੂੰ ਕਹਿ ਦਿੱਤਾ ਜੋ ਮਰਜ਼ੀ ਕੰਸਲਟ ਕਰੋ, ਸਾਨੂੰ ਵੈਕਸੀਨ ਚਾਹੀਦੀ ਹੈ ਵਿਦਨ ਟਾਈਮ, ਤਾਂ ਉਹਨਾਂ ਨੇ ਉਹਦੇ ਤੇ ਕੰਮ ਕੀਤਾ। ਪਰ ਆਮ ਤੌਰ ਤੇ ਜਿਵੇਂ ਹੁਣ ਕੋਵਿਡ ਦੇਖਿਆ ਤਾਂ ਸਾਰੀਆਂ ਸਾਇੰਸਸ ਨੇ ਹੀ ਇਸ ਨੂੰ ਅਪਲਾਈ ਕੀਤਾ, ਜਿੱਥੇ ਲੌਜਿਕ ਰੀਜ਼ਨਿੰਗ ਦੀ ਲੋੜ ਵੀ ਨਹੀਂ ਸੀ, ਜਿੱਥੇ ਐਕਸਪ੍ਰੈਸ਼ਨ ਦੀ ਹੀ ਲੋੜ ਸੀ, ਉਹਨਾਂ ਨੇ ਵੀ ਇਸ ਨੂੰ ਅਪਲਾਈ ਕੀਤਾ। ਜਿਵੇਂ ਸਾਇੰਸ ਪੰਜਾਬੀ ਦਾ ਪੇਪਰ ਵੀ ਬੱਚਿਆਂ ਨੇ ਓਪਨ ਬੁੱਕ ਦਿੱਤਾ, ਜਦੋਂ ਕਿ ਪੰਜਾਬੀ ਦੇ ਵਿੱਚ ਕਿਸੇ ਤਰ੍ਹਾਂ ਦੀ ਉਸ ਤਰ੍ਹਾਂ ਦੀ ਐਬਿਲਿਟੀ ਦੀ ਗੱਲ ਨਹੀਂ ਹੈ, ਉੱਥੇ ਐਕਸਪ੍ਰੈਸ਼ਨ ਦੀ ਐਬਿਲਿਟੀ ਦੀ ਗੱਲ ਹੈ, ਉੱਥੇ ਪ੍ਰੈਜੈਂਟੇਸ਼ਨ ਦੀ ਐਬਿਲਿਟੀ ਦੀ ਗੱਲ ਹੈ। ਤਾਂ ਪ੍ਰੈਜੈਂਟੇਸ਼ਨ ਕਿਵੇਂ ਦੇਣੀ ਹੈ ਉਹਦੇ ਲਈ ਓਪਨ ਬੁੱਕ ਕੋਈ ਬਹੁਤ ਰਿਲਾਇਬਲ ਸੋਰਸ ਨਹੀਂ ਮਿਲਦਾ, ਪਰ ਅਸੀਂ ਇੱਥੇ ਅਪਲਾਈ ਕਰ ਲਿਆ। ਅਗਲੀ ਗੱਲ ਹੈ ਕਿ ਜਦੋਂ ਅਸੀਂ ਇਹ ਦੇਖਣਾ ਹੋਵੇ ਕਿ ਐਪਲੀਕੇਬਲ ਐਬਿਲਿਟੀ ਟੂ ਅਪਲਾਈ ਦਾ ਅਕੈਡਮਿਕ ਨੌਲੇਜ ਹੈ ਨਾ, ਜੇ ਪ੍ਰੈਕਟੀਕਲ ਸੈਸ਼ਨ ਹੈ ਤਾਂ ਉਸ ਦੇ ਲਈ ਸਾਨੂੰ ਇਸ ਨੂੰ ਕਰਨਾ ਪਏਗਾ। ਜਿੱਥੇ ਸਕਿੱਲ ਅਪਲਾਈ ਕਰਨੀ ਹੈ ਉੱਥੇ ਓਪਨ ਬੁੱਕ ਐਗਜ਼ਾਮ ਦੀ ਗੱਲ ਹੋਏਗੀ, ਤਾਂ ਸਾਨੂੰ ਉੱਥੇ ਹੀ ਯੂਜ਼ ਕਰਨਾ ਹੈ। ਅਗਲੀ ਗੱਲ ਇਹ ਹੈ ਕਿ ਜਦੋਂ ਅਸੀਂ ਕਹੀਏ ਕਿ ਅਸੀਂ ਮੈਮੋਰਾਈਜੇਸ਼ਨ ਤੋਂ ਹਟ ਕੇ ਕੁਝ ਚੈੱਕ ਕਰਨਾ ਚਾਹੁੰਦੇ ਹਾਂ ਕਿ ਬੱਚਾ ਰੱਟਾ ਕਿੰਨਾ ਲਗਾਇਆ, ਉਹਦੇ ਤੋਂ ਹਟ ਕੇ ਕਿ ਬੱਚੇ ਨੂੰ ਸਮਝ ਕਿੰਨੀ ਆਈ, ਉਹਦੀ ਆਪਣੀ ਇਨੋਵੇਟਿਵ ਜਿਹੜੀ ਹੈ ਕ੍ਰਿਟੀਕਲ ਆਈਡੀਆ ਕੀ ਨੇ, ਅਸੀਂ ਉਹਨਾਂ ਨੂੰ ਜਦੋਂ ਦੇਖਣਾ ਚਾਹੁੰਦੇ ਹਾਂ ਤਾਂ ਅਸੀਂ ਓਪਨ ਬੁੱਕ ਐਗਜ਼ਾਮੀਨੇਸ਼ਨ ਨਾਲ ਜਾਂਦੇ ਹਾਂ। ਫਿਰ ਹੌਟ ਆਰਡਰ ਕੁਐਸਚਨ ਬਣਾਉਂਦੇ ਹਾਂ ਤਾਂ ਕਿ ਅਸੀਂ ਬੱਚੇ ਦੀ ਰੀਅਲ ਜਿਹੜੀ ਹੈ ਅਟੇਨਮੈਂਟ ਜਿਹੜੀ ਹੈ ਉਸ ਨੂੰ ਚੈੱਕ ਕਰ ਸਕੀਏ। ਤਾਂ ਅੱਗੇ ਅਸੀਂ ਦੇਖਾਂਗੇ ਕਿ ਇਹਦੇ ਵਿੱਚ ਸਾਨੂੰ ਕੁਝ ਸਪੈਸ਼ਲ ਸਟਾਈਲ ਜਿਹੜੇ ਨੇ ਉਹ ਡਿਵੈਲਪ ਕਰਨੇ ਪੈਂਦੇ ਆ। ਇੱਕ ਤਾਂ ਹੈ ਕਿ ਸਟੂਡੈਂਟ ਪ੍ਰੈਪਰੇਸ਼ਨ ਟੈਕਨੀਕ ਸਾਨੂੰ ਬੱਚੇ ਨੂੰ ਦੱਸਣੀਆਂ ਪੈਂਦੀਆਂ ਨੇ। ਉਹ ਹੈ ਕਿ ਜਦੋਂ ਅਪਲਾਈ ਕਰਨਾ ਹੈ ਉਸ ਤੋਂ ਪਹਿਲਾਂ ਬੱਚੇ ਨੂੰ ਰੀਡਿੰਗ ਕਰਨੀ ਹੋਏਗੀ ਆਪਣੇ ਹੀ ਨੋਟਸ, ਤਾਂ ਕਿ ਉਹਦੇ ਵਿੱਚੋਂ ਸ਼ਾਰਟ ਨੋਟਸ ਜਾਂ ਉਹਦੇ ਚੋਂ ਬਿਲ ਬੋਰਡ ਜਿਹੜੇ ਨੇ ਜਸਟਿਕ ਜਿਹੜੇ ਹੈ ਬੋਰਡ ਉਹ ਲਗਾਏ ਜਾ ਸਕਣ ਪੇਜ ਦੇ ਉੱਪਰ, ਔਰ ਆਪਣੇ ਹੀ ਕੋਰਸ ਦੇ ਨੋਟਸ ਤਿਆਰ ਕਰਨੇ ਪੈਣਗੇ, ਔਰ ਆਪ ਹੀ ਕੁਐਸਚਨ ਡਿਵੈਲਪ ਕਰਕੇ ਉਹਨਾਂ ਦੇ ਆਨਸਰ ਲਿਖਣ ਦੀ ਕੋਸ਼ਿਸ਼ ਕਰਨੀ ਹੋਏਗੀ, ਤਾਂ ਕਿ ਤੁਹਾਨੂੰ ਇਹ ਸਮਝ ਆ ਜਾਵੇ ਕਿ ਹਾਊ ਟੂ ਆਰਗੇਨਾਈਜ਼, ਹਾਊ ਟੂ ਗੋ ਵਿਦ ਦੈਟ ਹੌਟ ਆਨਸਰ। ਤਾਂ ਇਹ ਸਾਨੂੰ ਇਹਦੇ ਵਿੱਚ ਕਰਨਾ ਹੋਏਗਾ। ਇੱਕ ਅਗਲੀ ਗੱਲ ਜਿਹੜੀ ਇਹਦੇ ਵਿੱਚ ਕਰਨ ਵਾਲੇ ਹਾਂ ਉਹ ਹੈ ਕਿ ਨੋਟਸ ਕਿਵੇਂ ਤਿਆਰ ਕਰਾਂਗੇ। ਨੋਟਸ ਤਿਆਰ ਕਰਨ ਦੇ ਲਈ ਸਾਨੂੰ ਇੱਕ ਤਾਂ ਇਹ ਹੈ ਕਿ ਆਪਣੇ ਨੋਟਸ ਤਿਆਰ ਕਰੋ ਸੈਲਫ, ਠੀਕ ਹੈ, ਔਰ ਅਨਐਡਿਟਡ ਨੋਟਸ ਜਿਹਦੇ ਉੱਤੇ ਤੁਸੀਂ ਕੋਈ ਅਨਸਕ੍ਰਿਬਲ ਨਾ ਕੀਤਾ ਹੋਵੇ, ਜਿਹਦੇ ਉੱਤੇ ਤੁਸੀਂ ਆਪਣੇ ਹੱਥ ਨਾਲ ਕਾਟਾ ਨਾ ਕੀਤਾ ਹੋਵੇ, ਉਸ ਤਰ੍ਹਾਂ ਦੇ ਸੋਰਸਿਸ ਜਿਹੜੇ ਆ ਉਹ ਤਿਆਰ ਕਰਨੇ ਪੈਣਗੇ। ਔਰ ਨਾਲ ਦੀ ਨਾਲ ਅਸੀਂ ਇਹ ਵੀ ਦੇਖਾਂਗੇ ਕਿ ਜੇ ਤੁਸੀਂ ਕੋਈ ਬੁੱਕ ਲੈ ਕੇ ਜਾ ਰਹੇ ਹੋ ਉਹਦੇ 'ਤੇ ਪੇਜ 'ਤੇ ਸਟਿੱਕੀ ਨੋਟਸ ਜਿਹੜੇ ਨੇ ਉਹ ਲਗਾਉਣੇ ਹੋਣਗੇ, ਤਾਂ ਕਿ ਤੁਸੀਂ ਜਿਹੜਾ ਹੈ ਇਹ ਜਾਣ ਸਕੋ ਕਿ ਕਿਸ ਬੁੱਕ 'ਚ ਕਿਹੜਾ ਕੰਟੈਂਟ ਮੈਨੂੰ ਮਿਲ ਜਾਏਗਾ, ਔਰ ਆਟੋਮੈਟਿਕਲੀ ਜਿਹੜਾ ਹੈ ਉਹਦੀ ਥਿਓਰੈਟੀਕਲ ਪ੍ਰੈਜੈਂਟੇਸ਼ਨ ਅਸੀਂ ਤੁਸੀਂ ਉਸਦੀ ਇੰਡੈਕਸ ਨੂੰ ਸਮਝ ਸਕੋ, ਔਰ ਜਲਦੀ ਤੁਸੀਂ ਉਹ ਇਨਫੋਰਮੇਸ਼ਨ ਨੂੰ ਜਿਹੜਾ ਹੈ ਕੰਸਾਈਜ਼ਲੀ ਔਰ ਕਲੀਅਰਲੀ ਜਿਹੜਾ ਹੈ ਉਹ ਦੇਖ ਸਕੋ, ਔਰ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਇੰਪੋਰਟੈਂਟ ਉਹ ਤੁਹਾਡੇ ਕੋਲ ਸ਼ੋਰਟ ਨੋਟਸ ਦੇ ਵਿੱਚ ਜਿਹੜੀ ਹੈ ਅਵੇਲੇਬਲ ਹੋਵੇ। ਅਗਲੀ ਜਿਹੜੀ ਗੱਲ ਇਹਦੇ ਵਿੱਚ ਅਸੀਂ ਕਰਨੀ ਹੈ ਉਹ ਹੈ ਕਿ ਮਟੀਰੀਅਲ ਜਿਹੜਾ ਲੈ ਕੇ ਜਾਣਾ ਹੈ ਉਹ ਅਸੀਂ ਪਹਿਲਾਂ ਹੀ ਜਿਹੜਾ ਪਰਮਿਟੇਬਲ ਮਟੀਰੀਅਲ ਹੈ ਉਹਦੇ ਬਾਰੇ ਆਪਣੇ ਆਪ ਨੂੰ ਅਵੇਅਰ ਕਰਨਾ, ਠੀਕ ਹੈ। ਅਲੱਗ-ਅਲੱਗ ਐਗਜ਼ਾਮ ਬੋਰਡ ਅਲੱਗ-ਅਲੱਗ ਤਰ੍ਹਾਂ ਦੇ ਮਟੀਰੀਅਲ ਅਲਾਉ ਕਰਦੇ ਆ, ਤਾਂ ਸਾਨੂੰ ਇਹ ਦੇਖਣਾ ਪਏਗਾ ਕਿ ਜਿਹੜਾ ਐਗਜ਼ਾਮੀਨੇਸ਼ਨ ਮੋਡਿਊਲ ਬੁੱਕ ਹੈ ਉਹ ਪਹਿਲਾਂ ਤਿਆਰ ਕਰਕੇ ਦੇਣੀ ਪਏਗੀ ਕਿ ਕਿਸ ਐਗਜ਼ਾਮ 'ਚ ਕਿਸ ਤਰ੍ਹਾਂ ਦਾ ਮਟੀਰੀਅਲ ਅਲਾਉ ਕੀਤਾ ਜਾਏਗਾ, ਤਾਂ ਅਸੀਂ ਉਹ ਹੈਂਡ ਆਊਟ ਜਿਹੜੇ ਆ ਉਸ ਬੁੱਕ ਦੇ ਲੈ ਕੇ ਰੱਖਣੇ ਹੈ, ਤਾਂ ਕਿ ਸਾਡੇ ਕੋਲ ਮਟੀਰੀਅਲ ਜਿਹੜਾ ਹੈ ਉਹ ਜਿਹੜਾ ਪਰਮਿਟੇਬਲ ਮਟੀਰੀਅਲ ਹੈ ਅਸੀਂ ਉਹੀ ਤਿਆਰ ਕਰੀਏ, ਤਾਂ ਕਿ ਉਹਨੂੰ ਬਾਅਦ ਦੇ ਵਿੱਚ ਕਿਸੇ ਤਰ੍ਹਾਂ ਦੀ ਇਹ ਪ੍ਰੋਬਲਮ ਨਾ ਹੋਵੇ ਕਿ ਐਗਜ਼ਾਮ ਡੇ ਦੇ ਉੱਪਰ ਜਿਹੜਾ ਹੈ ਉਹ ਮਟੀਰੀਅਲ ਰੋਕ ਦਿੱਤਾ ਜਾਵੇ। ਤਾਂ ਲਾਸਟ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿਹੜੇ ਬੈਨੀਫਿਟਸ ਜਿਹੜੇ ਨੇ ਉਹ ਕੀ ਹੁੰਦੇ ਆ। ਇਹ ਕੁਝ ਬੈਨੀਫਿਟਸ ਲਿਖੇ ਹੈ, ਤੁਸੀਂ ਦੱਸੋ ਕਿ ਰੀਅਲ 'ਚ ਇਹ ਬੈਨੀਫਿਟ ਹੁੰਦੇ ਐਗਜ਼ਾਮੀਨੇਸ਼ਨ
ਜਿਹੜਾ ਤੁਸੀਂ ਹੁਣ ਇਗਜ਼ਾਮ ਦਿੱਤਾ ਹੈ, ਤੁਹਾਡਾ ਆਪਣਾ ਐਕਸਪੀਰੀਅੰਸ ਹੈ, ਇਹਦੇ ਵਿੱਚ ਮੈਂ ਕੁਝ ਨਹੀਂ ਦੱਸਣਾ, ਤੁਸੀਂ ਮੈਨੂੰ ਦੱਸਣਾ ਹੈ ਤੇ ਕੀ ਆ ਸਾਰੇ ਬੈਨੀਫਿਟ ਤੁਸੀਂ ਇੰਜੋਏ ਆ ਰਹੀਆਂ ਸਾਇੰਸਸ ਦੀ, ਇਹ ਸਕਸੈਸਫੁਲ ਹੈ, ਭਾਵੇਂ ਕਿ ਇਹਦੇ ਬੜੀ ਸਾਰੀਆਂ ਡੀਮੈਰਿਟਸ ਨੇ, ਉਹ ਆਪਾਂ ਅੱਗੇ ਦੇਖਦੇ ਹਾਂ। ਐਪਲੀਕੇਬਲ ਹੈ ਔਰ ਇਸ ਨੂੰ ਕਿਸੇ ਵੀ ਲੈਵਲ ਤੇ ਅਪਲਾਈ ਕੀਤਾ ਜਾ ਸਕਦਾ। ਤੁਸੀਂ ਦੇਖੋ ਪਹਿਲਾਂ ਇਹ ਕਿਹਾ ਜਾਂਦਾ ਸੀ ਕਿ ਇਹ ਸਿਰਫ ਨਾ ਜਿਹੜੇ ਸੀਨੀਅਰ ਕਲਾਸਿਸ ਨੇ ਉਹਨਾਂ ਲਈ ਹੋਏਗਾ, ਕਿਉਂਕਿ ਇੱਥੇ ਹਾਈ ਆਰਡਰ ਸਕਿੱਲਸ ਦੀ ਗੱਲ ਕਰ ਰਹੇ ਹਾਂ। ਹੁਣ ਤੁਸੀਂ ਦੇਖੋ ਕਿ ਬੋਰਡ ਜਿਹੜਾ ਹੈ ਸਕੂਲ ਸਟੂਡੈਂਟ ਹੈਗੇ ਆ, ਜਾਂ ਜਿਹੜਾ ਪ੍ਰਾਇਮਰੀ ਐਗਜ਼ਾਮ ਨੇ ਜਾਂ ਪ੍ਰਾਇਮਰੀ ਕਲਾਸਿਸ ਨੇ ਜਾਂ ਜਿਹੜੀਆਂ ਨਰਸਰੀ ਦੇ ਬੱਚੇ ਨੇ, ਉਹ ਵੀ ਓਪਨ ਬੁੱਕ ਦੇ ਰਹੇ ਆ ਘਰ ਬੈਠ ਕੇ। ਬੁੱਕ ਜਿਹੜਾ ਹੈ ਇੱਕ ਪਾਸੇ ਗੂਗਲ ਦਾ ਖੋਲ ਲੈਂਦੇ ਆ ਤੇ ਇੱਕ ਪਾਸੇ ਮੈਡਮ ਨੇ ਸਾਇੰਸ ਦਾ ਕੁਐਸਚਨ ਪੁੱਛਿਆ ਤਾਂ ਆਨਸਰ ਨਹੀਂ ਆਉਂਦਾ ਤਾਂ ਗੂਗਲ ਤੋਂ ਦੇਖ ਕੇ ਲਿਖ ਦਿੰਦੇ। ਤਾਂ ਅਸੀਂ ਉਹ ਪਰਮਿਸ਼ਨ ਦੇ ਰਹੇ ਹਾਂ। ਤਾਂ ਇਹਦਾ ਮਤਲਬ ਹੈ ਹੁਣ ਇਹਦੀ ਐਪਲੀਕੇਬਿਲਿਟੀ ਯੂਨੀਵਰਸਲ ਹੋ ਗਈ ਆ। ਹੁਣ ਅਸੀਂ ਇਹ ਨਹੀਂ ਕਹਿੰਦੇ ਕਿ ਸਿਰਫ ਜੀ ਹਾਇਰ ਆਰਡਰ ਦੇ ਹੈਗੇ ਆ ਤੇ ਹਾਇਰ ਕਲਾਸਿਸ ਤੇ ਹੀ ਲੱਗਣਗੇ। ਅਸੀਂ ਹੁਣ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਨਹੀਂ ਜੀ, ਇਹ ਤਾਂ ਕਿਸੇ ਵੀ ਕਲਾਸ ਤੇ ਲਗਾਏ ਜਾ ਸਕਦੇ। ਹੁਣ ਅਸੀਂ ਲਾਸਟ ਦੇ ਵਿੱਚ ਡਿਸਕਸ ਕਰਦੇ ਹਾਂ ਕਿ ਅਸਲ 'ਚ ਜਿਹੜਾ ਇਹਦਾ ਲਾਸਿਸ ਕੀ ਨੇ, ਬੈਨੀਫਿਟ ਤਾਂ ਅਸੀਂ ਗਿਣ ਲਏ, ਲਾਸ ਕੀ ਹੁੰਦੇ ਆ, ਡਿਸਐਡਵਾਂਟੇਜਸ ਕੀ ਨੇ। ਇੱਕ ਤਾਂ ਹੈ ਕਿ ਮਟੀਰੀਅਲ ਉਸ ਤਰ੍ਹਾਂ ਢੰਗ ਨਾਲ ਨਹੀਂ ਬਣਾਇਆ ਗਿਆ, ਖਾਸ ਤੌਰ ਤੇ ਕੁਐਸਚਨ ਬੈਂਕ ਸਾਡੇ ਕੁਐਸਚਨ ਹੌਟ ਆਨਸਰ 'ਚ ਹੈ ਹੀ ਨਹੀਂ, ਠੀਕ ਹੈ। ਹਾਈਐਸਟ ਆਰਡਰ ਥਿੰਕਿੰਗ ਸਟਾਈਲ ਦੇ ਅਸੀਂ ਕੁਐਸਚਨ ਬੈਂਕ ਹੀ ਪ੍ਰਿਪੇਅਰ ਨਹੀਂ ਕਰ ਪਾਏ। ਤਾਂ ਇਹਦਾ ਮਤਲਬ ਹੈ ਕਿ ਇਹ ਇੱਕ ਵੱਡੀ ਡੈਫੀਸ਼ੀਐਂਸੀ ਹੈ। ਇਸੇ ਕਾਰਨ ਅਸੀਂ ਐਵਰੇਜ ਜਾਂ ਨੌਲੇਜ ਜਾਂ ਅੰਡਰਸਟੈਂਡਿੰਗ ਦੇ ਕੁਐਸਚਨਸ ਨੂੰ ਓਪਨ ਬੁੱਕ 'ਚ ਦੇ ਰਹੇ ਹਾਂ। ਹੁਣ ਜਿੱਥੇ ਲਿਖਿਆ ਹੋਏਗਾ ਵਾਟ ਇਜ਼ ਮੀਨ ਬਾਈ ਇਕਨੋਮਿਕਸ, ਤੇ ਜਦੋਂ ਪੈਡਾਗੋਜੀ ਆਫ ਇਕਨੋਮਿਕਸ ਦੀ ਕਿਤਾਬ ਖੋਲੋਗੇ ਪਹਿਲੇ ਪੇਜ ਤੇ ਲਿਖਿਆ ਹੋਏਗਾ ਵਾਟ ਇਜ਼ ਮੀਨ ਬਾਈ ਇਕਨੋਮਿਕਸ, ਤਾਂ ਉਹਦੇ 'ਚ ਹਾਇਰ ਕੀ ਹੈ, ਉਹਦੇ 'ਚ ਕੀ ਚੈੱਕ ਕੀਤਾ, ਕਿਹੜੀ ਸਕਿੱਲ ਚੈੱਕ ਕੀਤੀ, ਕਿਹੜਾ ਕੈਲੀਬਰ ਸੀ ਜਿਹੜਾ ਅਸੀਂ ਸਪੈਸ਼ਲ ਚੈੱਕ ਕਰਨਾ ਚਾਹੁੰਦੇ ਸੀ। ਉਹ ਤਾਂ ਹਰ ਆਥਰ ਨੇ ਪਹਿਲੇ ਬੁੱਕ ਪੇਜ ਤੇ ਹੀ ਲਿਖਿਆ ਹੋਏਗਾ। ਤਾਂ ਉਹਦੇ 'ਚ ਬੱਚੇ ਦਾ ਕੀ ਵਰਕ ਹੈ, ਅਸੀਂ ਕੀ ਚੈੱਕ ਕੀ ਕਰਨਾ ਚਾਹੁੰਦੇ ਹਾਂ। ਇਹ ਕਿਵੇਂ ਪਤਾ ਲੱਗੇਗਾ ਕਿ ਹਾਈ ਆਰਡਰ ਥਿੰਕਿੰਗ ਸਟਾਈਲ ਦਾ ਬੱਚਾ ਸੀਗਾ, ਕਿਉਂਕਿ ਪੂਅਰ ਸਟੂਡੈਂਟ ਵੀ ਪਹਿਲਾ ਪੇਜ ਖੋਲੇਗਾ, ਐਵਰੇਜ ਸਟੂਡੈਂਟ ਵੀ ਪਹਿਲਾ ਪੇਜ ਖੋਲੇਗਾ, ਹਾਈ ਆਰਡਰ ਸਟਾਈਲ ਵਾਲਾ ਬੱਚਾ ਪਹਿਲਾ ਪੇਜ ਖੋਲੇਗਾ, ਤਾਂ ਸਾਰਿਆਂ ਨੂੰ ਸੇਮ ਹੀ ਕੰਟੈਂਟ ਲਿਖਿਆ ਮਿਲੇਗਾ ਤੇ ਸਾਰੇ ਜਣੇ ਸੇਮ ਹੀ ਆਨਸਰ ਲਿਖਣਗੇ। ਸਮਝ ਰਹੇ, ਇਸ ਪ੍ਰੋਬਲਮ ਵੀ ਹੈ। ਜੇ ਓਪਨ ਬੁੱਕ ਐਗਜ਼ਾਮੀਨੇਸ਼ਨ ਦੇਣਾ ਪਏਗਾ ਤਾਂ ਮੰਨ ਲਓ ਕੋਈ ਪਰਸਨ ਹੈ, ਤੁਸੀਂ ਕਹਿ ਰਹੇ ਹੋ ਕਿ ਅਸੀਂ ਤਾਂ ਜੀ ਐਗਜ਼ਾਮੀਨੇਸ਼ਨ ਹਾਲ 'ਚ ਬੱਚਿਆਂ ਨੂੰ ਬੁੱਕਸ ਅਲਾਉ ਕਰਾਂਗੇ, ਤਾਂ ਜੇ ਬੁੱਕਸ ਅਲਾਉ ਕਰਾਂਗੇ ਪਹਿਲਾਂ ਤਾਂ ਇੱਕ ਸਿੰਪਲ ਡੈਸਕ 2x2 ਦੇ ਡੈਸਕ ਤੇ ਬਿਠਾ ਕੇ ਬੱਚੇ ਨੂੰ ਤੁਸੀਂ ਐਗਜ਼ਾਮ ਲੈ ਲੈਣੇ ਹੋ, ਉਹਨੂੰ ਸੈਪਰੇਟ ਬਿਠਾ ਦੇਣੇ। ਹੁਣ ਉਹ ਬੱਚਾ ਕਹੇਗਾ ਜੀ ਇੱਕ ਡੈਸਕ ਮੈਨੂੰ ਦਿਓ ਜਿਹਦੇ ਤੇ ਮੈਂ ਆਪਣੀਆਂ ਬੁੱਕਸ ਰੱਖ ਸਕਾਂ ਤੇ ਮੈਂ ਆਪਣਾ ਮਟੀਰੀਅਲ ਆਰਗੇਨਾਈਜ਼ ਕਰ ਸਕਾਂ, ਇੱਕ ਦਿਓ ਜਿਹਦੇ ਤੇ ਮੈਂ ਬੁੱਕਸ ਜਿਹੜੀਆਂ ਕੰਸਲਟ ਕਰਨੀਆਂ ਉਹਨਾਂ ਨੂੰ ਖੋਲ ਕੇ ਰੱਖ ਸਕਾਂ, ਔਰ ਇੱਕ ਦਿਓ ਜਿਹਦੇ ਤੇ ਮੈਂ ਸੀਟ ਰੱਖ ਕੇ ਲਿਖਣਾ ਹੈ। ਇਹਦਾ ਮਤਲਬ ਹੈ ਸਾਨੂੰ ਸਪੇਸ ਵੱਧ ਦੇਣੀ ਪਏਗੀ। ਤਾਂ ਕੀ ਉਨੀ ਸਪੇਸ ਸਾਡੇ ਕੋਲ ਹੁੰਦੀ ਹੈ ਕਿ ਉਸ ਤਰ੍ਹਾਂ ਦਾ ਸਾਡੇ ਕੋਲ ਇਹ ਪੋਸੀਬਿਲਿਟੀ ਹੈਗੀ ਹੈ। ਅਗਲੀ ਹੈ ਕਿ ਟਾਈਮ ਕੰਜ਼ਿਊਮਿੰਗ ਹੈ। ਟਾਈਮ ਕੰਜ਼ਿਊਮਿੰਗ ਐਵੇਂ ਹੈ ਕਿ ਅੱਗੇ 3 ਘੰਟੇ 'ਚ ਜਿਹੜਾ ਐਗਜ਼ਾਮ ਮੁੱਕ ਜਾਂਦਾ, ਹੁਣ 6 ਘੰਟੇ 'ਚ ਮੁੱਕਦਾ ਇੱਕ ਐਗਜ਼ਾਮ। ਤੁਸੀਂ 3 ਘੰਟੇ ਲਿਖਦੇ ਹੋ, ਫਿਰ 3 ਘੰਟੇ ਤੁਹਾਨੂੰ ਜਮ੍ਹਾਂ ਕਰਾਉਣ ਨੂੰ ਦਿੱਤੇ ਹੁੰਦੇ ਆ। ਤਾਂ ਸਾਡਾ ਸਟਾਫ ਬੈਠਾ ਫੋਨ ਕਰੀ ਜਾਂਦਾ ਵੀ ਫਲਾਣਾ ਬੱਚਾ ਨਹੀਂ ਆਇਆ, ਫਲਾਣਾ ਬੱਚਾ ਨਹੀਂ ਆਇਆ, ਦੇ ਕੇ ਜਾਓ, ਹੈ ਨਾ। ਅਗਲਾ ਹੈ ਕਿ ਇਹਦੇ ਵਿੱਚ ਹੁਣ ਪੜ੍ਹਨ ਪੜ੍ਹਾਉਣ ਤੇ ਨਹੀਂ ਹੈ, ਨੋਟਸ ਇਕੱਠੇ ਕਰਨ ਤੇ ਸਾਰਿਆਂ ਦਾ ਧਿਆਨ ਹੈ। ਹੁਣ ਜਿਵੇਂ ਕੋਈ ਬੱਚਾ ਰੈਗੂਲਰ ਹੀ ਐਬਸੈਂਟ ਰਹਿ ਰਿਹਾ ਸਾਡੀ ਕਲਾਸ 'ਚ, ਰੈਗੂਲਰ ਐਬਸੈਂਟ ਹੈ ਬੱਚਾ ਉਹ, ਔਰ ਉਹ ਅਖੀਰਲੇ 2-3 ਹਫ਼ਤੇ ਲਗਾਉਂਦਾ ਤੇ ਆਪਣੇ ਪੀਅਰ ਤੋਂ ਕਹਿੰਦਾ ਮੈਨੂੰ ਨੋਟਸ ਦੇ ਦਿਓ ਜੀ। ਜਾਂ ਹੁਣ ਮੇਰਾ ਜਿਵੇਂ ਸਟਾਈਲ ਹੈ ਕਿ ਗੂਗਲ ਕਲਾਸਰੂਮ 'ਚ ਨੋਟਸ ਅਸੀਂ ਪਾ ਦੇਣੇ ਆ, ਤਾਂ ਗੂਗਲ ਕਲਾਸਰੂਮ 'ਚ ਸਾਰੇ ਨੋਟਸ ਇਕੱਠੇ ਕਰ ਲੈਂਦਾ, ਬਸ ਉਹ ਆਪਣੇ ਅਰੇਂਜ ਕਰਕੇ ਰੱਖਦਾ। ਤਾਂ ਮੇਨ ਸਟ੍ਰੈਸ ਇਹ ਹੈ ਕਿ ਮੇਰੇ ਕੋਲ ਨੋਟਸ ਆ ਗਏ ਸਾਰੇ, ਨੋਬਡੀ ਬਾਦਰ ਅਬਾਊਟ ਕਿ ਟੀਚਰ ਕੀ ਕਰ ਰਿਹਾ, ਕੀ ਕਰਾ ਰਿਹਾ, ਕਲਾਸ ਲੱਗ ਰਹੀ ਨਹੀਂ ਲੱਗ ਰਹੀ ਹੈ ਨਾ। ਤਾਂ ਇਹ ਹੋ ਗਿਆ। ਤਾਂ ਇਹਦੇ ਵਿੱਚ ਇਹਦਾ ਮਤਲਬ ਹੈ ਕਿ ਜਿਹੜਾ ਡੈਕੋਰਮ ਆਫ ਜਿਹੜਾ ਸਿਸਟਮ ਸੀਗਾ ਉਹ ਖਤਮ ਹੋ ਗਿਆ। ਲੋਕਾਂ ਨੂੰ ਇਸ ਚੀਜ਼ ਨਾਲ ਨਹੀਂ ਹੈ ਕਿ ਕੀ ਪੜ੍ਹਾਇਆ ਜਾ ਰਿਹਾ, ਕਿਵੇਂ ਪੜ੍ਹਾਇਆ ਜਾ ਰਿਹਾ, ਔਰ ਕੀ ਸਿਖਾਇਆ ਗਿਆ। ਲੋਕਾਂ ਨੂੰ ਇਹ ਹੈ ਕਿ ਮੇਰੇ ਕੋਲ ਮਟੀਰੀਅਲ ਆ ਗਿਆ ਤੇ ਮੈਂ ਕੀ ਆਨਸਰ ਲਿਖ ਸਕਦਾ, ਬਸ ਇੰਨਾ ਹੀ ਹੁੰਦਾ ਰਿਹਾ। ਅਗਲਾ ਹੈ ਕਿ ਇਰਰੈਲੀਵੈਂਟ ਮਟੀਰੀਅਲ। ਕਈ ਵਾਰ ਤਾਂ ਬੱਚੇ ਨੂੰ ਕੁਐਸਚਨ ਕੁਝ ਪੁੱਛਿਆ ਜਾਂਦਾ ਪਰ ਕਿਉਂਕਿ ਉਹ ਕੁਐਸਚਨ ਬੁੱਕ 'ਚ ਨਹੀਂ ਮਿਲਿਆ, ਜੋ ਮਿਲ ਗਿਆ ਉਹ ਲਿਖ ਦੇਣਾ, ਉਹਦੇ ਨਾਲ ਦਾ ਜੋ ਵੀ ਮਿਲ ਗਿਆ 2 ਪੈਰੇ ਉਹੀ ਲਿਖ ਦੇਣੇ। ਤਾਂ ਇਹਦਾ ਮਤਲਬ ਇਰਰੈਲੀਵੈਂਟ ਮਟੀਰੀਅਲ ਵੀ ਲਿਖਿਆ ਜਾਏਗਾ। ਅਗਲੀ ਗੱਲ ਹੈ ਕਿ ਇਹ ਜਿਹੜੇ ਸਟਾਈਲ ਹੈ ਕਿ ਤੁਸੀਂ ਨੌਲੇਜ ਤੇ ਅੰਡਰਸਟੈਂਡਿੰਗ ਦੇ ਕੁਐਸਚਨ ਓਪਨ ਬੁੱਕ ਸਿਸਟਮ 'ਚ ਕਰਾ ਕੇ ਤੁਸੀਂ ਕਹਿ ਰਹੇ ਹੋ ਅਸੀਂ ਐਗਜ਼ਾਮ ਲੈ ਰਹੇ ਹਾਂ, ਇਹ ਅਸੀਂ ਬੱਚਿਆਂ ਨਾਲ ਇੱਕ ਤਰ੍ਹਾਂ ਨਾਲ ਜਿਹੜਾ ਹੈ ਚੀਟਿੰਗ ਕਰ ਰਹੇ ਹਾਂ। ਇੱਕ ਬੱਚਿਆਂ ਨਾਲ ਇੱਕ ਤਰ੍ਹਾਂ ਦਾ ਧੋਖਾ ਹੈ ਇਹ ਕਿ ਬੱਚੇ ਨੂੰ ਅਸੀਂ ਨਾ ਨੌਲੇਜ ਦਿੱਤੀ ਹੈ ਨਾ ਅੰਡਰਸਟੈਂਡਿੰਗ ਦਿੱਤੀ ਹੈ, ਠੀਕ ਹੈ। ਪਹਿਲਾਂ ਤਾਂ ਉਹ ਪੜ੍ਹਨ 'ਚ ਸੀਰੀਅਸ ਨਹੀਂ ਹੋਇਆ, ਫਿਰ ਅਸੀਂ ਉਹਦੀ ਹਾਇਰ ਆਰਡਰ ਕੋਈ ਚੈੱਕ ਵੀ ਨਹੀਂ ਕੀਤਾ। ਅਸੀਂ ਨੌਲੇਜ ਅੰਡਰਸਟੈਂਡਿੰਗ ਦੇ ਜੋ ਉਹਨੇ ਲਿਖ ਦਿੱਤਾ ਉਸੇ ਨੂੰ ਮੰਨ ਲਿਆ ਕਿ ਉਹਨੂੰ ਆ ਗਈ ਹੈ, ਔਰ ਬੱਚੇ ਨੇ ਨਾ ਕ੍ਰੈਮ ਕੀਤਾ ਹੈ, ਨਾ ਬੱਚੇ ਨੇ ਕਲਾਸ ਲਗਾਈ ਹੈ,
ਔਰ ਉਹ ਬੱਚਾ ਫਿਊਚਰ ਲਈ ਤਿਆਰ ਨਹੀਂ ਹੋਇਆ। ਜਦੋਂ ਇੰਟਰਵਿਊ 'ਚ ਜਾਏਗਾ, ਜਦੋਂ ਉਹਨੂੰ ਕੁਐਸਚਨ ਪੁੱਛਿਆ ਜਾਏਗਾ, ਫਿਰ ਉਹਨੂੰ ਯਾਦ ਆਏਗਾ, ਓਹੋ ਇਹਦਾ ਆਨਸਰ ਤਾਂ ਦੇਖ ਕੇ ਲਿਖਿਆ ਸੀ, ਯਾਦ ਤਾਂ ਕੀਤਾ ਹੀ ਨਹੀਂ ਸੀਗਾ, ਉਹਦੇ ਬ੍ਰੇਨ 'ਚ ਕੁਝ ਨਹੀਂ ਗਿਆ। ਹੋਇਆ ਕਿ ਐਗਜ਼ਾਮੀਨਰ ਨੇ ਕੰਟੈਂਟ ਦੇ ਦਿੱਤਾ ਤੇ ਇੱਕ ਕੁਐਸਚਨ ਪੇਪਰ ਦੇ ਦਿੱਤਾ, ਉਹਨੇ ਸਾਹਮਣੇ ਰੱਖ ਕੇ ਲਿਖ ਦਿੱਤਾ। ਇਹਦਾ ਮਤਲਬ ਹੈ ਜਿਹੜਾ ਇਨਪੁਟ ਪ੍ਰੋਸੈਸ ਸੀਗਾ ਉਹ ਖਤਮ ਹੋ ਗਿਆ। ਇਹਦਾ ਮਤਲਬ ਵੀ ਆਰ ਨਾਟ ਪ੍ਰੀਪੇਅਰਿੰਗ ਹੇਅਰ ਦ ਚਾਈਲਡ ਫਾਰ ਦ ਫਿਊਚਰ, ਫਾਰ दैट ਚੈਲੰਜਸ ਆਫ ਲਾਈਫ। ਅਸੀਂ ਉਹਦੇ ਲਈ ਤਿਆਰ ਨਹੀਂ ਕਰ ਪਾ ਰਹੇ, ਕਰਾਂਗੇ। ਤਾਂ ਅਗਲੀ ਗੱਲ ਹੈ ਕਿ ਕੰਸੈਪਟ ਆਫ ਸਟੱਡੀਜ਼ ਐਬਸੋਲਿਊਟ, ਜਾਂ ਅਸੀਂ ਕੀ ਕਹਿੰਦੇ ਆ ਕਿ ਪੜ੍ਹਾਈ ਜਾਂ ਪੜ੍ਹਨਾ ਇਹ ਖਤਮ ਹੀ ਹੋ ਗਿਆ, ਪੜ੍ਹਾਉਣਾ ਵੀ ਖਤਮ ਹੋ ਗਿਆ। ਬਹੁਤ ਸਾਰੇ ਟੀਚਰ ਨੇ ਉਹ ਸਿਰਫ ਨੋਟਸ ਦੇ ਕੇ ਕਹਿੰਦੇ ਆ ਵੀ ਆ ਲਓ ਵੀ ਅਰੇਂਜ ਕਰਕੇ ਰੱਖ ਲਓ, ਜਦੋਂ ਪੇਪਰ ਹੋਇਆ ਲਿਖ ਦਿਓ। ਇਹਦਾ ਮਤਲਬ ਹੈ ਜਿਹੜਾ ਉਹ ਟੀਚਰ ਪੇਨ ਲੈਂਦਾ ਸੀ, ਜਿਹੜਾ ਉਹ ਡਿਸਕਸ ਕਰਨ ਦਾ, ਜਿਹੜੇ ਟੀਚਰ ਦੀ ਡੈਲੀਬਰੇਸ਼ਨ ਸੀਗੀਆਂ, ਜਿਹੜਾ ਟੀਚਰ ਦਾ ਐਕਸਪਰਟ ਓਪੀਨੀਅਨ ਸੀਗਾ, ਜਿਹੜਾ ਟੀਚਰ ਦੀ ਉਹ ਐਕਸਪਲੇਨੇਸ਼ਨ ਸੀ, ਜਿਹੜੀ ਉਹ ਮਾਸਟਰੀ ਸੀ, ਜਿਹੜੇ ਉਹ ਬਹੁਤ ਸਾਰੇ ਸ਼ਬਦ ਯੂਜ਼ ਕਰਦਾ ਹੈ, ਆਪਣੇ ਐਕਸਪੀਰੀਅੰਸ ਤੋਂ ਐਗਜ਼ਾਮਪਲਸ ਦਿੰਦਾ ਹੈ, ਉਹ ਵਾਰੀ ਜਿਹੜੀ ਇਨਪੁਟਸ ਨੇ ਉਹ ਖਤਮ ਹੋ ਗਈਆਂ। ਤਾਂ ਅਗਲਾ ਹੈ ਇਹਦੇ ਵਿੱਚ ਕਿ ਮਾਈਂਡ ਵਿਲ ਬਿਕਮ ਬਲੰਟ ਐਂਡ ਪੈਸਿਵ। ਉਹ ਕਹਿੰਦੇ ਆ ਕਿ ਦਿਮਾਗ ਖੁੰਡੇ ਹੋ ਜਾਣਗੇ, ਦਿਮਾਗ ਬੁੱਧੂ ਹੋ ਜਾਣਗੇ ਔਰ ਸੁਸਤ ਹੋ ਜਾਣਗੇ। ਨੈਚੁਰਲ ਹੈ ਦਿਮਾਗ ਸੁਸਤ ਹੋ ਜਾਣਗੇ। ਦਿਮਾਗ ਇੱਕ ਇਸ ਤਰ੍ਹਾਂ ਦਾ ਸਾਡਾ ਆਰਗਨ ਹੈ ਜਾਂ ਬਾਡੀ ਪਾਰਟ ਹੈ, ਜੇ ਇਸ ਨੂੰ ਯੂਜ਼ ਕਰੋ ਤਾਂ ਸ਼ਾਰਪ ਹੁੰਦਾ, ਠੀਕ ਹੈ, ਜੇ ਇਸ ਨੂੰ ਯੂਜ਼ ਨਾ ਕਰੋ ਤਾਂ ਇਹਦੇ ਉੱਪਰ ਚਰਬੀ ਜੰਮ ਜਾਂਦੀ ਹੈ ਔਰ ਉਸ ਤੋਂ ਬਾਅਦ ਮੰਦਬੁੱਧੀ ਹੋ ਜਾਏਗਾ ਬੱਚਾ। ਔਰ ਮੈਂ ਦੇਖ ਰਿਹਾ ਸਾਡੇ ਬੱਚੇ ਆਪਣੇ, ਮੇਰੇ ਨਾਲ ਵੀ ਬੈਠਾ ਸਾਡਾ ਮਾਸਟਰ, ਇਹ ਸਾਰੇ ਲੋਕ ਹੁਣ ਪੜ੍ਹਾਈ ਚੋਂ ਬਿਲਕੁਲ ਇਹਨਾਂ ਦਾ ਦਿਮਾਗ ਹਟ ਗਿਆ। ਹੁਣ ਇਹਨਾਂ ਦਾ ਟਾਈਮ ਟੇਬਲ ਹੈ ਕਿ ਕਿੰਨੇ ਘੰਟੇ ਟੀਵੀ ਦੇਖਿਆ ਜਾ ਸਕਦਾ ਹੈ, ਕਿੰਨੇ ਘੰਟੇ ਗੇਮ ਜਿਹੜੀ ਹੈ ਖੇਡੀ ਜਾ ਸਕਦੀ ਹੈ, ਕਿੰਨੇ ਘੰਟੇ ਬਾਹਰ ਕ੍ਰਿਕਟ ਖੇਡਣੀ ਹੈ, ਔਰ ਕਿੰਨੇ ਘੰਟੇ ਅਸੀਂ ਜਿਹੜਾ ਹੈ ਅੱਜ ਕੱਲ੍ਹ ਸਾਡੇ ਇੱਥੇ ਪਿੰਡਾਂ 'ਚ ਪੈਡੀ ਦਾ ਸੀਜ਼ਨ ਹੈ ਤੇ ਟਿਊਬਵੈੱਲ ਸਾਰਾ ਦਿਨ ਚੱਲਦੇ ਆ ਤੇ ਵੱਡੇ ਵੱਡੇ ਸਾਡੇ ਉਹ ਟਿਊਬਵੈੱਲ ਦੇ ਅੱਗੇ ਹੌਜ਼ ਬਣਾਏ ਹੁੰਦੇ ਆ ਪਾਣੀ ਨੂੰ ਸਟੋਰ ਕਰਨ ਲਈ, ਇਹ ਉਹਦੇ ਵਿੱਚ ਸਵਿਮਿੰਗ ਕਿੰਨਾ ਚਿਰ ਕਰਨੀ ਹੈ। ਤਾਂ ਇਹਨਾਂ ਦੇ ਸ਼ਡਿਊਲ ਵੱਖਰੇ ਨੇ। ਇਹ 8 ਘੰਟੇ 2 ਘੰਟੇ ਸਵਿਮਿੰਗ ਕਰਦੇ ਆ, 2 ਘੰਟੇ ਕ੍ਰਿਕਟ ਖੇਡਦੇ ਆ, 2 ਘੰਟੇ ਟੀਵੀ ਦੇਖਦੇ ਆ, 2 ਘੰਟੇ ਗੇਮ ਦੇਖਦੇ ਆ। ਤਾਂ ਇਹਨਾਂ ਕੋਲ 8 ਘੰਟੇ ਇਸ ਤਰ੍ਹਾਂ ਨੇ। ਇਹਦਾ ਮਤਲਬ ਹੈ ਇਹਨਾਂ ਦੇ ਬਲਾਈਂਡ ਮਾਈਂਡ ਜਿਹੜੇ ਨੇ ਉਹ ਹੁਣ ਜਿਹੜੇ ਪ੍ਰੋਸੈਸ 'ਚ ਪੈਂਦੇ ਸੀ, ਰੀਜ਼ਨਿੰਗ, ਲੌਜਿਕ ਜਾਂ ਜਿਹੜਾ ਲਰਨਿੰਗ ਜਾਂ ਜਿਹੜੀ ਰੀਡਿੰਗ, ਜਿਹੜੀ ਹੋਰ ਸਕਿੱਲਸ 'ਤੇ ਕੰਮ ਕਰਦੇ ਸੀ, ਉਹ ਖਤਮ ਹੋ ਗਏ। ਤਾਂ ਇਹ ਪੈਸਿਵ ਹੋ ਜਾਣਗੇ। ਪੈਸਿਵ ਬ੍ਰੇਨ ਬਹੁਤ ਖਤਰਨਾਕ ਹੁੰਦੇ ਆ। ਔਰ ਅਗਲੀ ਗੱਲ ਹੈ ਕਿ ਬੱਚੇ ਦੀ ਕੰਸਨਟ੍ਰੇਸ਼ਨ ਵੀ ਫਾਲ ਕਰ ਰਹੀ ਹੈ, ਕਿਉਂਕਿ ਬੱਚੇ ਦੀ ਹੈਬਿਟ ਹੀ ਨਹੀਂ ਰਹਿ ਗਈ। ਸੀਰੀਅਸ ਡਿਸਿਪਲਿਨਡ ਬੈਠ ਕੇ ਪੜ੍ਹਨ ਦੀ ਹੈਬਿਟ ਹੀ ਨਹੀਂ ਹੈ। ਤੁਹਾਡੇ ਵਿੱਚੋਂ ਵੀ ਕਿੰਨੇ ਸਾਰੇ ਹੋਣਗੇ ਜਿਹੜੇ ਬੈੱਡ ਦੇ ਉੱਪਰ ਸਨੈਕਸ ਦੇ ਨਾਲ ਚਾਹ ਪੀ ਰਹੇ ਹੋਣਗੇ, ਜਾਂ ਕੋਈ ਲੇਟਿਆ ਹੋਏਗਾ ਕਿ ਚਲੋ ਕੰਨ 'ਚ ਫੋਨ ਲਗਾ ਲਓ, ਸਰ ਜੋ ਬੋਲ ਰਿਹਾ ਸੁਣ ਲਓ, ਇਹਦੇ ਵਿੱਚ ਕਿਹੜੀ ਵੱਡੀ ਗੱਲ। ਤਾਂ ਇਹਦਾ ਮਤਲਬ ਹੈ ਉਹ ਕੰਸਨਟ੍ਰੇਸ਼ਨ, ਉਹ ਫੋਕਸ, ਉਹ ਕਲੈਕਟਿੰਗ ਐਬਿਲਿਟੀ ਜਿਹੜੀ ਹੈ ਉਹ ਖਤਮ ਹੋ ਜਾਏਗੀ, ਕਿਉਂਕਿ ਅਸੀਂ ਉਹਨਾਂ ਸੀਰੀਅਸਲੀ ਉਸ ਡਿਸਿਪਲਿਨ 'ਚ ਆ ਹੀ ਨਹੀਂ ਰਹੇ। ਅਗਲੀ ਹੈ ਕਿ ਹਰ ਸਾਲ ਪਾਸ ਆਊਟਸ ਵੱਧ ਜਾਣਗੇ। ਜੇ ਤੁਸੀਂ ਦੇਖੋ ਜਿਹੜੇ ਤੁਹਾਡੇ ਸੀਨੀਅਰਸ ਨੇ, ਉਹਨਾਂ ਵਿੱਚ ਮੇਗਾ ਹੈ ਲੜਕੀ, ਸਾਡੀ ਇਕਨੋਮਿਕਸ ਦੀ ਜਿਹੜੀ ਕਾਲਜ ਟੌਪਰ ਸੀਗੀ, ਉਹ ਪਹਿਲੇ 2 ਸਮੈਸਟਰ ਜਦੋਂ ਨਾਰਮਲ ਸਮੈਸਟਰ ਹੋਏ, ਪਹਿਲੇ ਸਮੈਸਟਰ 'ਚ ਉਹ ਟੌਪ ਕੀਤੀ, ਤਾਂ ਜਿਹੜਾ ਉਹ ਤੋਂ ਸੈਕੰਡ ਸੀ ਯੂਨੀਵਰਸਿਟੀ 'ਚ, ਉਹਦੇ ਮਾਰਕਸ ਉਹਦੇ ਨਾਲ 28 ਘੱਟ ਸੀਗੇ। ਔਰ 28 ਮਾਰਕਸ ਦਾ ਡਿਫਰੈਂਸ ਕੋਈ ਕਵਰ ਕਰਨਾ, ਇਟ ਇਜ਼ ਨੈਵਰ ਪੋਸੀਬਲ, ਇੰਪੋਸੀਬਲ ਟਾਸਕ ਵਾਜ਼ ਇਟ, ਹੈ ਨਾ। ਤਾਂ ਅਸੀਂ ਕੀ ਦੇਖਦੇ ਹਾਂ, ਜਦੋਂ ਹੀ ਉਹ ਓਪਨ ਬੁੱਕ ਐਗਜ਼ਾਮ 'ਚ ਜਾਂਦੀ ਹੈ, ਅਗਲੇ ਸਮੈਸਟਰ 'ਚ 40 ਬੱਚੇ ਟੌਪ ਕਰਦੇ ਆ ਸੇਮ ਮਾਰਕਸ ਦੇ ਨਾਲ, ਤਾਂ ਉਹ 40 ਚੋਂ ਇੱਕ ਹੈ। ਕਿੱਥੇ ਉਹ 29 ਮਾਰਕਸ ਦਾ ਐਜ ਲੈ ਕੇ ਯੂਨੀਵਰਸਿਟੀ ਟੌਪ ਕਰਦੀ ਹੈ, ਔਰ ਕਿੱਥੇ 40 ਬੱਚੇ ਉਹਨੂੰ ਕੰਪੀਟ ਕਰਨ ਲਈ ਆ ਜਾਂਦੇ ਆ। ਔਰ 3rd ਸਮੈਸਟਰ ਦਾ ਐਗਜ਼ਾਮ ਆਉਂਦਾ ਤੇ ਉਹ 5ਵੇਂ ਨੰਬਰ ਤੇ ਚਲੇ ਜਾਂਦੀ ਹੈ ਯੂਨੀਵਰਸਿਟੀ। ਇਹਦਾ ਮਤਲਬ ਕੀ ਹੈ? ਪਾਸ ਆਊਟਸ ਦੀ ਗਿਣਤੀ ਵੱਧ ਰਹੀ ਹੈ, ਪਰ ਇਹ ਨਹੀਂ ਮੰਨਿਆ ਜਾ ਸਕਦਾ ਕਿ ਉਹਨਾਂ ਦੀ ਐਬਿਲਿਟੀ ਵੀ ਵੱਧ ਗਈ ਹੈ, ਕਿ ਇੰਨੇ ਏਬਲ ਲੋਕ ਆ ਗਏ ਆ ਨਾ। ਜੇ ਫਿਰ ਇਹ ਗੱਲ ਸੀ ਤਾਂ ਫਿਰ ਫਸਟ ਸਮੈਸਟਰ 'ਚ ਕੱਲੀ ਮੁਸਕਾਨ ਹੀ ਕਿਉਂ ਜਿਹੜਾ ਹੈ ਯੂਨੀਵਰਸਿਟੀ 'ਚ 29 ਮਾਰਕਸ ਦੇ ਐਜ ਜਿਹੜੀ ਹੈ ਟੌਪ ਕਰਦੀ ਹੈ, ਇਹ ਇੱਕ ਸਮਝ ਦੇਖਣਾ। ਅਗਲੀ ਗੱਲ ਹੈ ਕਿ ਬੱਚੇ ਜਦੋਂ, ਹੁਣ ਮੈਂ ਦੇਖਦਾ ਵਾਂ ਜਿਹੜੇ ਮੈਟ੍ਰਿਕ 'ਚ ਇਸ ਵਾਰ ਬਿਨਾਂ ਐਗਜ਼ਾਮ ਦਿੱਤਿਆਂ ਪਾਸ ਹੋ ਗਏ ਆ, ਉਹ ਇਹ ਸੋਚ ਰਹੇ ਆ ਕਿ ਮੈਡੀਕਲ ਨਾਨ ਮੈਡੀਕਲ ਰੱਖ ਲਈਏ ਤੇ +1 +2 ਵੀ ਐਵੇਂ ਕੋਵਿਡ 'ਚ ਨਿਕਲ ਜਾਵੇ ਤੇ ਸਾਨੂੰ ਪੜ੍ਹਨਾ ਨਾ ਪਵੇ। ਇਹਦਾ ਮਤਲਬ ਦੇ ਆਰ ਆਲਸੋ ਡਿਮਾਂਡਿੰਗ ਫॉर ਦੈਟ ਸੇਮ ਪੈਟਰਨ ਇਨ ਹਾਇਰ ਐਜੂਕੇਸ਼ਨ। ਤਾਂ ਇਹ ਇੱਕ ਬੜਾ ਵੱਡਾ ਲਾਸ ਹੋਣ ਵਾਲਾ ਹੈ ਕਿ ਉਹਨਾਂ ਦੀ ਹੈਬਿਟ ਬਣ ਗਈ ਹੈ। ਤਾਂ ਉਹ ਕਹਿਣਗੇ ਵੀ
ਪਲੱਸ 2 ਵੀ ਅਸੀਂ ਓਪਨ 'ਚ ਦੇਣੀ ਹੈ, ਹੁਣ ਸਾਡੇ ਲਈ BA ਵੀ ਓਪਨ 'ਚ ਕਰ ਦਿਓ, B.Ed ਵੀ ਓਪਨ 'ਚ ਕਰ ਦਿਓ, M.Ed ਵੀ ਓਪਨ 'ਚ ਕਰ ਦਿਓ, BSc ਵੀ ਓਪਨ 'ਚ ਕਰ ਦਿਓ। ਤਾਂ ਇਹਦਾ ਮਤਲਬ ਹੈ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਹੈ ਉਹ ਹੋਰ ਤਰ੍ਹਾਂ ਦਾ ਜਿਹੜਾ ਡੀਮੈਰਿਟਸ ਦੇ ਨਾਲ ਜਾਂ ਜਿਹਨੂੰ ਅਸੀਂ ਕਹਿੰਦੇ ਆ ਡਿਲਿਊਟ ਹੋ ਜਾਏਗਾ ਸਿਸਟਮ ਜਾਂ ਡਿਸਟੋਰਸ਼ਨ ਹੋ ਜਾਏਗੀ ਇਹਦੇ ਵਿੱਚ, ਉਹ ਇੱਕ ਦਿਖਦਾ ਹੈ। ਅਗਲੀ ਗੱਲ ਹੈ ਕਿ ਜੌਬ ਮਾਰਕੀਟ ਤਾਂ ਸਕਿੱਲ ਮੰਗਦੀ ਹੈ। ਅਸੀਂ ਬੱਚੇ ਨੂੰ ਕੁਝ ਵੀ ਦੇ ਨਹੀਂ ਪਾਵਾਂਗੇ। ਜਿਹੜਾ ਬੱਚਾ ਓਪਨ ਬੁੱਕ ਸਿਸਟਮ ਤੋਂ ਪੜ੍ਹ ਕੇ ਆ ਰਿਹਾ ਹਨਾ, ਉਹਨੂੰ ਅਸੀਂ ਸਕਿੱਲ ਕਿੱਥੇ ਦੇ ਪਾਵਾਂਗੇ? ਹੁਣ ਮੈਂ ਦੇਖਦਾ ਹਾਂ, ਅਸੀਂ ਗੌਰਿਕਾ ਦਾ ਨੂੰ ਚੈੱਕ ਕੀਤਾ, ਅਸੀਂ ਮਾਨਸੀ ਨੂੰ ਚੈੱਕ ਕੀਤਾ, ਦੇ ਹੈਵ ਦੈਟ ਵੰਡਰਫੁਲ ਸਟਾਈਲ ਆਫ ਪ੍ਰੈਜੈਂਟੇਸ਼ਨ, ਔਰ ਕਿ ਅਸੀਂ ਦੂਸਰੇ ਬੱਚਿਆਂ ਨੂੰ ਕੋਈ ਡਿਫਰੈਂਸ਼ੀਏਟ ਨਹੀਂ ਕਰ ਪਾਏ। ਇਹ ਨਹੀਂ ਹੈ ਕਿ ਦੂਸਰੇ ਬੱਚਿਆਂ ਦੇ ਬਹੁਤ ਜ਼ਿਆਦਾ ਨੰਬਰ ਕੱਟ ਨੇ, ਕਿਸੇ ਦਾ 2 ਨੰਬਰ ਕੱਟ ਨੇ, ਕਿਸੇ ਦੇ 4 ਨੰਬਰ ਕੱਟ ਨੇ, ਹਨਾ, ਔਰ ਇਹ ਟੌਪ ਕਰ ਰਹੇ ਆ। ਤਾਂ ਕਾਰਨ ਕੀ ਹੈ? ਕਿਉਂਕਿ ਰੀਅਲ ਐਬਿਲਿਟੀ ਨਹੀਂ ਹੈ। ਇਹ ਸਾਰਿਆਂ ਨੇ ਕੰਟੈਂਟ ਤਾਂ ਸਾਰਿਆਂ ਨੇ ਲਿਖ ਦਿੱਤਾ, ਕੰਟੈਂਟ ਸਾਰਿਆਂ ਕੋਲ ਪਿਆ ਸੀਗਾ। ਪਹਿਲਾਂ ਸੀਗਾ ਰਿਕਾਲ ਤੇ ਜਿਹੜਾ ਹੈ ਰਿਮੈਂਬਰਿੰਗ ਦੇ ਉੱਪਰ ਡਿਪੈਂਡ ਕਰਦਾ ਸੀ। ਕੁਝ ਬੱਚੇ ਦੀ ਜਿਹੜੀ ਹੈ ਮੈਮਰੀ ਵੀਕ ਹੈ, ਉਹ ਫੋਰਗੇਟ ਕਰਦਾ ਸੀ ਤੇ ਉਹ ਬੱਚਾ ਉਹਨਾਂ ਕੰਟੈਂਟ ਨੂੰ ਜਸਟੀਫਾਈ ਨਹੀਂ ਕਰ ਪਾਉਂਦਾ ਸੀ। ਉਹ ਬੜੀ ਵੱਡੀ ਵੇਰੀਏਸ਼ਨ ਦਿਖਦੀ ਸੀ ਕਿ ਆ ਇੰਟੈਲੀਜੈਂਟ ਬੱਚਾ ਹੈ, ਇਹ ਬੱਚਾ ਐਵਰੇਜ ਹੈ। ਹੁਣ ਕੀ ਹੈ ਕਿ ਸਾਰਿਆਂ ਕੋਲ ਸਿਮਿਲਰ ਕੰਟੈਂਟ ਹੈ। ਹੁਣ ਵੇਰੀਏਸ਼ਨ ਕਿੱਥੇ ਹੈ? ਹੁਣ ਵੇਰੀਏਸ਼ਨ ਹੈ ਕਿ ਹੈਂਡਰਾਈਟਿੰਗ ਕਿਹਦੀ ਅੱਛੀ ਹੈ, ਰਾਈਟਿੰਗ ਸਟਾਈਲ ਕਿਹਦਾ ਅੱਛਾ ਹੈ, ਪ੍ਰੈਜੈਂਟੇਸ਼ਨ ਕਿਹਦੀ ਅੱਛੀ ਹੈ, ਔਰ ਕਿਹਨੇ ਇਨੋਵੇਟਿਵ ਲਿਖਿਆ। ਬਸ ਹੁਣ ਸਿਰਫ ਇਸੇ ਦੇ ਨੰਬਰਾਂ ਦਾ ਫਰਕ ਪੈਂਦਾ ਹੈ, ਹੁਣ ਕੰਟੈਂਟ ਦਾ ਫਰਕ ਹੀ ਨਹੀਂ ਪੈਂਦਾ। ਤਾਂ ਇਹ ਇੱਕ ਬੜਾ ਵੱਡਾ, ਪਰ ਜਦੋਂ ਜੌਬ 'ਚ ਜਾਓਗੇ ਕੀ ਇਹ ਲੱਗਦਾ ਕਿ 40 ਦੇ 40 ਜਿਹੜੇ ਟੌਪ ਕੀਤੇ ਉਹ ਸੇਮ ਐਬਿਲਿਟੀ ਨਾਲ ਹੋਣਗੇ ਤੇ ਇੰਟਰਵਿਊ ਡਿਫੈਂਡ ਕਰ ਪਾਉਣਗੇ? ਸਮਝਦੇ ਹੋ? ਲੱਗਦਾ ਐਵੇਂ ਹੈ? ਹੋ ਜਾਵੇਗਾ? ਪੋਸੀਬਲ ਹੈ ਕਿ 40 ਦੇ 40 ਬੱਚੇ ਸੇਮ ਐਬਿਲਿਟੀ ਨਾਲ ਹੋਣਗੇ? ਬੋਲੋ। ਹਾਂ, नो सर। ਤਾਂ ਇਸ ਤਰ੍ਹਾਂ ਜਿਹੜਾ ਹੈ ਸਾਡਾ ਇਹ ਕੁਝ ਡੀਮੈਰਿਟਸ ਤੇ ਮੈਰਿਟਸ ਨੇ। ਮੈਂ